ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ, ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵੇਦ ਪੜ੍ਹੇ ਹਰ ਰਸ ਨਹੀਂ ਆਇਆ, ਵਾਦ ਵਖਾਣੈ ਮੋਹਿ ਮਾਇਆ। ਵੇਦ ਪੜ੍ਹੇ ਹਰ ਰਸ ਨਹੀਂ ਆਇਆ, ਵਾਦ ਵਖਾਣੈ ਮੋਹਿ ਮਾਇਆ। ਅਗਿਆਨ ਮਤੀ ਸਦਾ ਅੰਧਿਆਰਾ, ਗੁਰਮੁਖ ਬੂਝ ਹਰ ਗਾਵਣਿਆ। ਅਗਿਆਨ ਮਤੀ ਸਦਾ ਅੰਧਿਆਰਾ, ਗੁਰਮੁਖ ਬੂਝ ਹਰ ਗਾਵਣਿਆ। ਵਾਹਿਗੁਰੂ। ਇਹ ਪਵਿੱਤਰ ਬਚਨ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 128 ਉੱਪਰ ਸੁਭਾਏਮਾਨ, ਜਿਸ ਦੀ ਆਰੰਭਤਾ ਕੱਲ੍ਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੀ। ਮਨਮੁਖ ਪੜ੍ਹੇ ਪੰਡਿਤ ਕਹਾਵੈ, ਦੂਜੈ ਭਾਏ ਮਹਾਂ ਦੁਖ ਪਾਵੈ। ਵਿਖਿਆ ਮਾਤੇ ਕਿਛੂ ਨ ਸੂਝੈ, ਫਿਰ ਜੂਨੀ ਆਵਣਿਆ। ਹੋਇਆ ਕਿ ਜਦੋਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ 60-65 ਸਾਲ ਤੱਕ ਗੰਗਾ ਦੇ ਯਾਤਰੀ ਰਹੇ, ਪਰ ਜਦੋਂ ਉਹ ਗੁਰੂ ਵਾਲੇ ਬਣ ਗਏ, ਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ ਵਿੱਚ ਆ ਗਏ, ਉਹਨਾਂ ਕੋਲੋਂ ਗਿਆਨ ਪ੍ਰਾਪਤ ਹੋਇਆ। ਫਿਰ ਸਮਾਂ ਆਉਣ 'ਤੇ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕਰਕੇ ਆਪਣੀ ਜੋਤ ਉਹਨਾਂ ਵਿੱਚ ਰੱਖ ਦਿੱਤੀ। ਫਿਰ ਉਹਨਾਂ ਨੇ ਪ੍ਰਚਾਰ ਕੀਤਾ। ਜਿੱਥੇ ਉਹਨਾਂ ਨੇ ਗੋਇੰਦਵਾਲ ਸਾਹਿਬ ਬੈਠ ਕੇ ਪ੍ਰਚਾਰ ਕੀਤਾ, ਉੱਥੇ ਇੱਕ ਯਾਤਰਾ ਫਿਰ ਉਹਨਾਂ ਨੇ ਹਰਿਦੁਆਰ ਦੀ ਕੀਤੀ। ਪ੍ਰਚਾਰ ਦੌਰਾ ਉਹਨੂੰ ਕਹਿੰਦੇ ਆ, ਪ੍ਰਚਾਰ ਦੌਰਾ। ਅਤੇ ਇਹੋ ਯਾਤਰਾ ਕਰਦੇ ਹੋਏ ਜਦ ਹਰਿਦੁਆਰ ਗਏ ਅਤੇ ਉੱਥੇ ਬਹੁਤ ਸਾਰੇ ਵਿਦਵਾਨ ਪੰਡਿਤ ਸਤਿਗੁਰਾਂ ਦੇ ਕੋਲ ਇਕੱਠੇ ਹੋ ਗਏ ਔਰ ਸਤਿਗੁਰਾਂ ਨੂੰ ਕਹਿਣ ਲੱਗੇ ਇਕੱਠੇ ਹੋ ਕੇ, ਬਈ ਅਸੀਂ ਵੇਦਾਂ ਦੇ ਬਗਤੇ ਹਾਂ, ਸਾਨੂੰ ਵੇਦਾਂ ਦਾ ਗਿਆਨ ਹੈ, ਸਾਡੇ ਮੂੰਹ ਜ਼ਬਾਨੀ ਚਾਰੇ ਵੇਦ ਵੀ ਯਾਦ ਹਨ, ਔਰ ਇਹਨਾਂ ਵੇਦਾਂ ਦੇ ਨਾਲ ਅਤੇ ਗੰਗਾ ਦੇ ਵਿੱਚ ਇਸ਼ਨਾਨ ਕਰਕੇ, ਗੰਗਾ ਦੇ ਕਿਨਾਰੇ 'ਤੇ ਵਸਣ ਕਰਕੇ ਸਾਡੀ ਮੁਕਤੀ ਹੋਵੇਗੀ। ਅਤੇ ਤੁਸੀਂ ਇਕੱਲੇ ਨਾਮ ਦਾ ਪ੍ਰਚਾਰ ਹੀ ਕਰਦੇ ਹੋ ਵੀ ਨਾਮ ਜਪੋ, ਬਸ ਇੰਨੀ ਗੱਲ ਨਾਲ ਕਿਵੇਂ ਮੁਕਤੀ ਹੋਵੇਗੀ। ਅਤੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਫਿਰ ਉਹਨਾਂ ਨੂੰ ਗਿਆਨ ਦੱਸਿਆ ਸੀਗਾ, ਬਖਸ਼ਿਸ਼ ਕੀਤੀ ਸੀ, ਉਪਦੇਸ਼ ਬਖਸ਼ਿਆ ਸੀ, ਬਈ ਮਨੁੱਖ ਜਿਹੜਾ ਹੈ ਗੁਰੂ ਵਾਲਾ ਨਹੀਂ ਬਣਦਾ, ਮਨਮੁੱਖ ਮਨ ਦੇ ਮਗਰ ਚੱਲਦਾ ਹੈ। ਜਿੰਨਾ ਚਿਰ ਗੁਰੂ ਵਾਲਾ ਨਹੀਂ ਬਣਦਾ ਬੰਦਾ, ਓਨਾ ਚਿਰ ਇਹਨੂੰ ਸੋਝੀ ਨਹੀਂ ਆਉਣੀ। ਮਨਮੁੱਖ ਪੜ੍ਹੇ ਪੰਡਿਤ ਕਹਾਵੇ, ਵੇਦਾਂ ਨੂੰ ਮੂੰਹ ਜ਼ਬਾਨੀ ਤੱਕ ਯਾਦ ਕਰਕੇ ਆਪਣੇ ਆਪ ਨੂੰ ਪੰਡਿਤ ਮਤਲਬ ਵਿਦਵਾਨ ਕਹਾਉਂਦਾ। ਪੰਡਿਤ ਜਾਤ ਨਹੀਂ ਹੈ, ਪੰਡਿਤ ਵਿਦਵਾਨ ਨੂੰ ਹੀ ਕਹਿੰਦੇ ਹਨ। ਕਬੀਰ ਸਾਹਿਬ ਜੀ ਦੱਸਦੇ ਹੈ, ਸੋ ਪੰਡਿਤ ਕਈ ਐਤ ਹੈ ਹਮਾਰੇ, ਜੋ ਤੇਹਾਂ ਗੁਣਾ ਕੀ ਪੰਡ ਉਤਾਰੇ। ਜਿਹੜਾ ਆਪਣੇ ਸਿਰ ਤੋਂ ਰਜੋ ਤਮੋ ਸਤੋ
ਇਹਨਾਂ ਤਿੰਨਾਂ ਗੁਣਾਂ ਦਾ ਭਾਰ ਦਿਮਾਗ ਤੋਂ ਲਾਹ ਕੇ ਨੋਰਮਲ ਹੋ ਜਾਵੇ, ਬੰਧਨ ਮੁਕਤ ਹੋ ਜਾਵੇ, ਇਹਨਾਂ ਤਿੰਨਾਂ ਗੁਣਾਂ ਤੋਂ ਬਾਹਰ ਨਿਕਲ ਜਾਵੇ। ਚੌਥੇ ਗੁਣ ਕੱਲ ਵਾਲੇ ਗੁਣ ਭਗਤੀ ਵਿੱਚ ਸਮਾ ਜਾਵੇ, ਉਹ ਅਸਲੀ ਪੰਡਤ ਹੈ ਸਾਡੇ ਹਿਸਾਬ 'ਚ ਤਾਂ। ਹਾਂ, ਤੁਸੀਂ ਤਾਂ ਵੇਦਾਂ ਦੀਆਂ ਪੰਡਾਂ ਬੰਨੀ ਫਿਰਦੇ ਹੋ, ਠੀਕ ਹੈ, ਤੁਸੀਂ ਵੇਦਾਂ ਨੂੰ ਮੂੰਹ ਜ਼ਬਾਨੀ ਯਾਦ ਕਰ ਲਿਆ ਹੋਣਾ ਹੈ, ਪਰ ਤੁਹਾਡੇ ਅੰਦਰ ਹੰਕਾਰ ਹੈ। ਹੰਕਾਰ ਤੁਹਾਡੇ ਅੰਦਰੋਂ ਹਾਲੇ ਤੱਕ ਗਿਆ ਨਹੀਂ, ਇਸੇ ਕਰਕੇ ਤੁਹਾਨੂੰ ਵੇਦਾਂ ਦੀ ਬਾਣੀ ਦਾ ਰਸ ਵੀ ਨਹੀਂ ਆਇਆ। ਇੱਕ ਤੁਹਾਨੂੰ ਮਾਣ ਹੋ ਗਿਆ ਵੀ ਸਾਡੇ ਮੂੰਹ ਜ਼ਬਾਨੀ ਯਾਦ ਹੈ। ਅਤੇ ਐਸਾ ਤਾਂ ਰਾਵਣ ਵੀ ਹੋਇਆ। ਅਤ ਸੁੰਦਰ ਕੁਲੀਨ ਚਤਰ ਮੁਹ ਗਿਆਨੀ ਧਨਵੰਤ, ਮਿਰਤ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੇ ਪਰਮੇਸ਼ਰ ਨਾਲ ਪ੍ਰੀਤੀ ਨਹੀਂ ਬਣੀ, ਪਿਆਰ ਨਹੀਂ ਬਣਿਆ, ਉਹ ਗੁਰੂ ਕਿਰਪਾ ਤੋਂ ਬਿਨਾਂ ਨਹੀਂ ਬਣਦਾ। ਗੁਰੂ ਹੀ ਮਾਰਗ ਦਰਸ਼ਨ ਕਰਦਾ ਮਨੁੱਖ ਦਾ। ਤੋ ਅਗਲੇ ਪਦੇ ਵਿੱਚ ਆਪਾਂ ਅੱਜ ਸਰਵਣ ਕੀਤਾ, ਸਤਿਗੁਰੂ ਪਾਤਸ਼ਾਹ ਕਹਿੰਦੇ ਵੇਦ ਪੜ੍ਹੇ ਹਰ ਰਸ ਨਹੀਂ ਆਇਆ। ਕਿਉਂ ਨਹੀਂ ਰਸ ਆਇਆ? ਵਿਖਿਆ ਮਾਤੇ। ਕੇਵਲ ਤੇ ਕੇਵਲ ਵੇਦਾਂ ਦੀ ਬਾਣੀ ਨੂੰ ਮਾਇਆ ਇਕੱਤਰ ਕਰਨ ਵਾਸਤੇ ਵਰਤਦੇ ਆ। ਜਿਹੜੇ ਲੋਕ ਵੇਦਾਂ ਗ੍ਰੰਥਾਂ ਦਾ ਚੜ੍ਹਾਵਾ ਪੂਜਾ ਆਦਿ ਉਸ ਨੂੰ ਪ੍ਰਾਪਤ ਕਰਨ ਵਾਸਤੇ ਵਰਤਦੇ ਆ, ਉਹਨਾਂ ਨੂੰ ਕਦੇ ਵੀ ਵੇਦਾਂ ਦੀ ਬਾਣੀ ਦਾ, ਗ੍ਰੰਥਾਂ ਦੀ ਬਾਣੀ ਦਾ ਜਿਹੜਾ ਹੈ ਰਸ ਨਹੀਂ ਆ ਸਕਦਾ। ਰਸ ਦਾ ਮਤਲਬ ਹੈ ਸੋਝੀ, ਗਿਆਨ। ਜਦੋਂ ਕੋਈ ਚੀਜ਼ ਦੀ ਸਮਝ ਆ ਗਈ ਤਾਂ ਸਾਡੇ ਅੰਦਰ ਖੁਸ਼ੀ ਦੀ ਲਹਿਰ ਦੌੜਦੀ ਹੈ, ਯਾਰ ਮੈਨੂੰ ਸਮਝ ਆ ਗਈ। ਜਿੰਨਾ ਚਿਰ ਇਹਦੀ ਸਮਝ ਨਹੀਂ ਆਈ ਉਹਨਾਂ ਚਿਰ ਰਸ ਨਹੀਂ ਆ ਸਕਦਾ। ਇਸ ਕਰਕੇ ਪਿਛਲੇ ਬਚਨਾਂ ਵਿੱਚ ਕਹਿ ਰਹੇ ਸੀ, ਵਿਖਿਆ ਮਾਤੇ ਕਿਛੂ ਨਾ ਸੂਝੈ, ਫਿਰ ਜੂਨੀ ਆਵਣਿਆ। ਵਿਖਿਆ ਮਾਤੇ, ਵਿਖਿਆ ਮਾਇਆ ਨੂੰ ਵੀ ਕਹਿੰਦੇ ਆ ਅਤੇ ਵਿਖਿਆ ਜ਼ਹਿਰ ਨੂੰ ਵੀ ਕਹਿੰਦੇ ਆ। ਉਹ ਮਾਇਆ ਜੋ ਕੇਵਲ ਤੇ ਕੇਵਲ ਵੇਦਾਂ ਦੀ ਬਾਣੀ ਨੂੰ ਪੜ੍ਹ ਕੇ ਮਾਇਆ ਪ੍ਰਾਪਤ ਕਰਨ ਦੇ ਲਾਲਚ ਵਿੱਚ ਹੀ ਪੜ੍ਹਦੇ ਹਨ, ਉਹਨਾਂ ਨੂੰ ਇਹਦਾ ਰਸ ਨਹੀਂ ਆ ਸਕਦਾ। ਜਿਸ ਤਰ੍ਹਾਂ ਸੱਤਾ ਬਲਵੰਡਾ ਬੜੇ ਆਨੰਦ ਨਾਲ ਕੀਰਤਨ ਕਰਦੇ ਸੀ, ਪਰ ਜਿਸ ਦਿਨ ਉਹਨਾਂ ਨੇ ਪਾਤਸ਼ਾਹ ਦੇ ਨਾਲ ਪੈਸਿਆਂ ਦੀ ਗੱਲ ਕਰ ਲਈ, ਭਾਵੇਂ ਕਿ ਸਤਿਗੁਰੂ ਸਭ ਦੇ ਕਾਰਜ ਰਾਸ ਕਰਦੇ ਹੈ, ਜਿੱਦਣ ਉਹਨਾਂ ਨੇ ਕਹਿਤਾ ਸਾਨੂੰ ਪੈਸੇ ਚਾਹੀਦੇ ਆ, ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਕਾਰਜ ਹੋ ਜਾਣਗੇ, ਤੁਸੀਂ ਕੀਰਤਨ ਕਰਿਆ ਕਰੋ। ਕਹਿੰਦੇ ਨਹੀਂ, ਸਾਨੂੰ ਇੱਕ ਦਿਨ ਦਾ ਚੜ੍ਹਾਵਾ ਦਿਓ। ਪਾਤਸ਼ਾਹ ਕਹਿੰਦੇ ਲੈ ਜਿਓ, ਕੱਲ੍ਹ ਨੂੰ ਤੁਸੀਂ ਲੈ ਜਿਓ ਭਾਈ ਸਾਰਾ। ਪਰ ਅੱਜ ਜਦੋਂ ਕੀਰਤਨ ਕਰਨ ਬੈਠੇ ਤੇ ਉਹਨਾਂ ਦਾ ਧਿਆਨ ਚੜ੍ਹਾਵੇ 'ਚ ਰਿਹਾ ਵੀ ਅੱਜ ਵਾਲੀ ਮਾਇਆ ਸਾਡੀ ਹੈ, ਠੇਕਾ ਜੋ ਮਾਰ ਲਿਆ, ਕਹੋ ਸਤਨਾਮ ਸ੍ਰੀ। ਬਸ ਫਿਰ ਉਦੋਂ ਉਹਨਾਂ ਦਾ ਧਿਆਨ ਨਹੀਂ ਲੱਗਿਆ, ਕੀਰਤਨ ਦੇ ਵਿੱਚ ਸਵਾਦ ਨਹੀਂ ਆਇਆ, ਰਸ ਨਹੀਂ ਆਇਆ, ਅਤੇ ਉਹ ਪੈਸੇ ਵੀ ਨਹੀਂ ਲੈ ਕੇ ਗਏ। ਗੁੱਸੇ ਵੀ ਹੋ ਗਏ ਗੁਰੂ ਸਾਹਿਬ ਦੇ ਨਾਲ, ਕੀਰਤਨ ਕਰਨ ਵੀ ਨਾ ਆਏ। ਅਤੇ ਫਿਰ ਇਤਿਹਾਸ ਤੁਸੀਂ ਜਾਣਦੇ ਹੋ, ਸਾਖੀ ਜਾਣਦੇ ਹੋ ਕਿ ਉਹਨਾਂ ਨੂੰ ਕਿਸ ਤਰ੍ਹਾਂ ਭਟਕਣਾ ਪਿਆ। ਅਤੇ ਅਖੀਰ ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨ ਪਾਵੈ, ਪਾਵੈ ਮੁਕਤ ਨ ਹੋਰ ਥੈ ਕੋਈ। ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮੇ ਆਵੈ, ਬਿਨ ਸਤਿਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਨੀ। ਸਤਿਗੁਰ ਸ਼ਬਦ ਸੁਣਾਏ। ਸੱਤੇ ਬਲਵੰਡੇ ਨੂੰ ਫਿਰ ਮੁੜ ਕੇ ਲੱਦੇ ਪਰਉਪਕਾਰੀ ਦੀ ਮਦਦ ਲੈ ਕੇ ਉਹਦੇ ਰਾਹੀਂ ਗੁਰੂ ਸਾਹਿਬ ਨੂੰ ਮਿਲਣਾ ਪਿਆ। ਗੁਰੂ ਸਾਹਿਬ ਨੇ ਫਿਰ ਉਹਨਾਂ ਦਾ ਉਹ ਬਿਮਾਰੀ ਕੋੜ ਜੋ ਉਹਨਾਂ ਨੂੰ ਹੋ ਚੁੱਕਿਆ ਸੀ ਉਹ ਵੀ ਦੂਰ ਕੀਤਾ, ਅਤੇ ਉਹਨਾਂ ਦੇ ਕਾਰਜ ਵੀ ਰਾਸ ਕੀਤੇ, ਅਤੇ ਉਹਨਾਂ ਨੂੰ ਦੁਬਾਰਾ ਉਪਦੇਸ਼ ਵੀ ਬਖਸ਼ਿਆ, ਸ਼ਬਦ ਦੇ ਨਾਲ ਜੋੜਿਆ, ਸ਼ਬਦ ਉਹਨਾਂ ਦੇ ਅੰਦਰੋਂ ਉਚਾਰਨ ਕਰਵਾਇਆ, ਫਿਰ ਜਾ ਕੇ ਗੱਲ ਬਣੀ ਦੁਬਾਰਾ। ਇਸ ਕਰਕੇ ਪਾਤਸ਼ਾਹ ਜੀ ਇੱਥੇ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਹਰਿਦੁਆਰ ਦੇ ਉਹਨਾਂ ਵੇਦਾਂਤੀ ਪੰਡਤਾਂ ਨੂੰ ਗਿਆਨ ਦੇ ਰਹੇ ਹਨ ਇਸ ਸ਼ਬਦ ਦੇ ਵਿੱਚ। ਅੱਜ ਆਪਾਂ ਸ਼ਬਦ ਪੜ੍ਹਿਆ, ਵੇਦ ਪੜ੍ਹੈ ਹਰ ਰਸ ਨਹੀਂ ਆਇਆ। ਵੇਦਾਂ ਗ੍ਰੰਥਾਂ ਨੂੰ ਪੜ੍ਹਦੇ ਤਾਂ ਹੋ, ਠੀਕ ਹੈ, ਤੁਸੀਂ ਆਪਣੇ ਆਪ ਨੂੰ ਵੇਦਾਂਤੀ ਕਹਾਉਂਦੇ ਹੋ, ਪੰਡਿਤ ਕਹਾਉਂਦੇ ਹੋ, ਗਿਆਨੀ ਕਹਾਉਂਦੇ ਹੋ, ਪਰ ਨਾਲ ਲੜਾਈਆਂ ਵੀ ਕਰਦੇ ਹੋ। ਵਾਦ ਵਖਾਣੈ ਮੋਹੈ ਮਾਇਆ, ਕਿਉਂਕਿ ਇਹ ਬ੍ਰਾਹਮਣ ਲੋਕ ਆਪਣੇ ਗਿਆਨ ਦਾ ਹੰਕਾਰ ਕਰਕੇ ਦੂਜੇ ਥੋੜ੍ਹੇ ਭੋਲੇ ਭਾਲੇ ਅਨਪੜ੍ਹ ਕੁਝ ਘੱਟ ਗਿਆਨ ਰੱਖਣ ਵਾਲੇ ਬ੍ਰਾਹਮਣਾਂ ਨੂੰ ਲੜਦੇ ਵੀ ਸਨ। ਤਾਂ ਗੁਰੂ ਪਿਆਰਿਓ, ਇਸ ਕਰਕੇ ਇਹਨਾਂ ਅੰਦਰ ਈਰਖਾ ਵੀ ਸੀ, ਹੰਕਾਰ ਵੀ ਸੀ, ਅਤੇ ਜਿੱਥੇ ਹੰਕਾਰ ਹੈ ਉੱਥੇ ਕਦੇ ਵੀ ਸਵਾਦ ਨਹੀਂ ਆਉਂਦਾ ਬਾਣੀ ਦਾ, ਗੁਰੂ ਦੇ ਬਚਨਾਂ ਦਾ, ਨਾਮ ਦੇ ਰਸ ਦਾ ਸਵਾਦ ਨਹੀਂ ਆਉਂਦਾ ਜਿੰਨਾ ਚਿਰ ਅੰਦਰੋਂ ਹੰਕਾਰ ਨਹੀਂ ਜਾਂਦਾ। ਵਾਦ ਵਖਾਣੇ ਝਗੜੇ ਵੀ ਕਰਦੇ ਹੋ, ਮੋਹੇ ਮਾਇਆ, ਮਾਇਆ ਕਰਕੇ, ਮਾਇਆ ਦੇ ਮੋਹ ਕਰਕੇ। ਜਿਸ ਤਰ੍ਹਾਂ ਗੁਰੂ ਪਿਆਰਿਓ
जिस वेले कोई उत्थे हरिद्वार दे उत्ते गंगा ते कोई फुੱਲ पाउण ਜਾਂਦਾ ना तो सारे जितने भी उत्थे बैठे ब्राह्मण उन्हां दे दाले हो जाते हैं और उन्होंने कहते हैं कि इत्थे गंगा ते इत्थे मत्था टेको, इत्थे मत्था टेको। हुण जिहड़े फुੱਲ पाउण जांदे आ जो उन्हां कोले माया हुंदी आ, गंगा दे विच पा दिंदे आ ते ओह गंगा विच धो के फिर चक के खीसे विच पा लैंदे आ। कहण तो भाव है कि मोह माया, माया दे मोह करके एक दूजे नाल लड़दे झगड़दे भी हो। तुहानूं किवें बाणी दा, किवें वेदां दा रस आ सकदा है? अगियान मत्ती सदा अंधियारा, जिवें लाइट ना होवे ते हनेरे विच बंदा ठोकरां खांदा है, इसे तरह अंदर अगियानता दा हनेरा है। ते इस हनेरे नूं किवें दूर करिए ते सतगुरु नानक जी नूं पुछो। कहंदे जे सौ चंदा उगवै सूरज चढ़े हजार, इते चानण होंदियां गुरबिन घोर अंधार। नानक गुरु न चेतनी मन अपने सुचेत, मन सुचेत पा मन मुख, मन दे मगर बड़ा चलदा है। मन जिमें कहंदा उवें करदा पर गुरु जिमें कहंदा उवें नहीं करदा। मन अपने सुचेत ते अखीर ओ जीव इस तरह भटक जांदा है जिमें छुट्टा तिल बुआड़, ज्यों सुइयां ही अंदर खेत। जिमें खेतां विच जिमींदार तिलां दे पौदिਆਂ ਨੂੰ पटदा है ਤੇ ਕੁਝ ਪੌਦਿਆਂ ਨੂੰ ਉਹ ਖੇਤ ਵਿੱਚ ਛੱਡ ਜਾਂਦਾ, ਪੱਟ ਕੇ ਲਿਜਾਂਦਾ ਨਹੀਂ। ਉਹ ਕਿਹੜੇ ਆ? ਜਿਨ੍ਹਾਂ ਵਿੱਚ ਬਿਮਾਰੀ ਪੈ ਗਈ, ਜਿਨ੍ਹਾਂ ਵਿੱਚ ਕੰਗਿਆਰੀ ਪੈ ਗਈ, ਜਿਨ੍ਹਾਂ ਦੀਆਂ ਫਲੀਆਂ ਵਿੱਚ ਤਿਲਾਂ ਦੀ ਬਜਾਏ ਸਵਾਹ ਬਣ ਗਈ, ਕਲਸ ਬਣ ਗਈ। ਕਹੋ ਸਤਨਾਮ ਸ੍ਰੀ। ਉਹਨਾਂ ਨੂੰ ਉਹ ਲੈ ਕੇ ਨਹੀਂ ਜਾਂਦਾ ਨਾਲ, ਉੱਥੇ ਹੀ ਛੱਡ ਜਾਂਦਾ। ਤਿਲਾਂ ਵਾਲੇ ਪੌਦਿਆਂ ਨੂੰ ਲੈ ਜਾਂਦਾ। ਇਸੇ ਤਰ੍ਹਾਂ ਪਰਮੇਸ਼ਰ ਗੁਣਾਂ ਵਾਲੇ ਮਨੁੱਖ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ ਤੇ ਔਗਣਹਾਰਾ ਭਟਕ ਜਾਂਦਾ ਹੈ। ਅਗਿਆਨਤਾ ਵਿੱਚ ਮਨੁੱਖ ਭਟਕ ਜਾਂਦਾ। ਉਹ ਤਿਲਾਂ ਦੇ ਪੌਦੇ ਖੇਤਾਂ ਵਿੱਚ ਰਹਿ ਜਾਂਦੇ ਆ ਇਕੱਲੇ ਤੇ ਫਿਰ ਗਰੀਬ ਲੋਕ ਗੁਰੂ ਪਿਆਰੋ ਘਾੜਾਂ ਚੁੱਕਣ ਜਾਂਦੇ ਆ। ਸਾਡੇ ਮਾਲਵੇ ਦਾ ਬਚਨ ਹੈ ਖੈਰ ਇਹ, ਘਾੜਾਂ ਚੁੱਕਣੀਆਂ ਭਾਵ ਡਿੱਗੇ ਹੋਏ ਦਾਣੇ ਚੱਕਣੇ। ਕਣਕਾਂ ਵੇਲੇ ਕਣਕਾਂ ਦੀਆਂ ਬੱਲੀਆਂ, ਸਰੋਂ ਦੇ ਵਿੱਚੋਂ ਸਰੋਂ ਦੇ ਬਚੇ ਹੋਏ ਪੌਦੇ, ਤਿਲਾਂ ਦੇ ਖੇਤ 'ਚੋਂ ਤਿਲਾਂ ਦੇ ਬਚੇ ਹੋਏ ਪੌਦੇ। ਤੋ ਗਰੀਬ ਲੋਕ ਘਾੜਾਂ ਚੁੱਕਣ ਵਾਲੇ ਜਾਂਦੇ ਹਨ ਖੇਤਾਂ ਵਿੱਚ। ਉਹ ਬਚੇ ਹੋਏ ਡਿੱਗੀ ਹੋਈ ਕਣਕ, ਡਿੱਗੀਆਂ ਹੋਈਆਂ ਬੱਲੀਆਂ, ਡਿੱਗੇ ਹੋਏ ਤਿਲਾਂ ਦੇ ਪੌਦੇ ਚੱਕਣ ਵਾਸਤੇ। ਤੇ ਉਹ ਭੱਜ ਕੇ ਉਹਨਾਂ ਖੜ੍ਹੇ ਪੌਦਿਆਂ ਵੱਲ ਜਾਂਦੇ ਆ। ਉਹ ਉਸੇ ਖੜ੍ਹਾ ਇੱਕ ਪੌਦਾ ਮੈਂ ਪੱਟਦਾ, ਪਰ ਜਦ ਕੋਲੇ ਜਾਂਦੇ ਆ ਕਾਲਸ ਵੇਖ ਕੇ ਉਹ ਵੀ ਛੱਡ ਜਾਂਦੇ ਆ। ਛੱਡ ਯਾਰ, ਇਹਦੇ ਵਿੱਚ ਤਾਂ ਕਾਂਗਿਆਰੀ ਬਣੀ ਹੋਈ ਆ। ਕਹੋ ਸਤਨਾਮ ਸ੍ਰੀ। ਇਸੇ ਤਰ੍ਹਾਂ ਮਨੁੱਖ ਦੀਆਂ ਦਿਮਾਗ ਦੀਆਂ ਜਿਹੜੀਆਂ ਨਾੜੀਆਂ ਹਨ ਉਹਨਾਂ ਵਿੱਚ ਵਿਕਾਰਾਂ ਦੀ ਕਾਲਸ ਭਰੀ ਹੋਈ ਹੈ। ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਆ ਸਿਆਹੋ। ਗੁਰੂ ਤੋਂ ਬਗੈਰ ਇਹ ਅਗਿਆਨਤਾ ਦੂਰ ਨਹੀਂ ਹੁੰਦੀ। ਪ੍ਰੀਤਮ ਜੀ ਕਹਿੰਦੇ ਪੰਡਤੋ ਜਿੰਨਾ ਚਿਰ ਗੁਰੂ ਨੂੰ ਪੁੱਛਦੇ ਨਹੀਂ, ਕਿਉਂਕਿ ਖੁਦ ਦਾ ਪ੍ਰੈਕਟੀਕਲ ਵੀ ਆ। 60-65 ਸਾਲ ਦੀ ਉਮਰ ਤੱਕ ਧੰਨ ਗੁਰੂ ਅਮਰਦਾਸ ਜੀ ਗੰਗਾ ਜਾਂਦੇ ਰਹੇ ਪਰ ਕੋਈ ਬਦਲਾਅ ਨਹੀਂ ਆਇਆ ਜੀਵਨ ਵਿੱਚ, ਕੋਈ ਪਲਟਾ ਨਹੀਂ ਆਇਆ। ਤੇ ਜਿਸ ਦਿਨ ਉਹਨਾਂ ਨੂੰ ਇੱਕ ਬ੍ਰਹਮਚਾਰੀ ਚੋਟ ਕਰ ਗਿਆ ਵੀ ਅਮਰਦਾਸ ਤੇਰਾ ਗੁਰੂ ਕੌਣ ਹੈ? ਤੇ ਕਹਿੰਦੇ ਆਪਾਂ ਨੂੰ ਗੁਰੂ ਦੀ ਕੀ ਲੋੜ ਹੈ, ਆਪਾਂ ਤਾਂ ਗੰਗਾ ਦੇ ਯਾਤਰੀ ਹਾਂ। ਅੱਜ ਵੀ ਬਹੁਤ ਲੋਕ ਗੰਗਾ ਤੇ ਜਾਣ ਵਾਲੇ ਕਹਿ ਦਿੰਦੇ ਆ ਗੁਰੂ ਦੀ ਕੀ ਲੋੜ ਹੈ, ਆਪਾਂ ਤੋਂ ਤਾਂ ਮੁਕਤੀ ਗੰਗਾ ਕਰੇਗੀ, ਗੰਗਾ ਵਿੱਚ ਫੁੱਲ ਪੈ ਜਾਣਗੇ, ਮੁਕਤੀ ਹੋ ਜਾਊਗੀ। ਕਹੋ ਸਤਨਾਮ ਸੀ। ਪਰ ਭਗਤਾਂ ਨੇ ਕਿਹਾ ਮਰਨ ਮੁਕਤ ਕਿਨ ਪਾਈ, ਮਰਨ ਤੋਂ ਬਾਅਦ ਦੀ ਮੁਕਤੀ ਦੀ ਗੱਲ ਮਤ ਕਰੋ ਮਹਾਰਾਜ। ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ। ਇਹ ਪੰਡੀਆ ਮੌਕੋ ਢੇਡ ਕਹਿਤਾ ਤੇਰੀ ਪੈਜ ਪਛਾਉਂਦੀ ਹੋਇਲਾ। ਇਹ ਮੈਨੂੰ ਸ਼ੂਦਰ ਕਹਿ ਕੇ ਮੰਦਰ 'ਚੋਂ ਬਾਹਰ ਕੱਢ ਦਿੱਤਾ। ਲਾਜ ਤਾਂ ਤੇਰੇ ਨਾਮ ਨੂੰ ਲੱਗਦੀ ਹੈ। ਫਿਰ ਪਰਮੇਸ਼ਰ ਨੇ ਉੱਥੇ ਤਜਰਬਾ ਦਿਖਾਇਆ। ਫਿਰ ਦੀਆ ਦੇਹੁਰਾ ਨਾਮੇ ਕੋ ਪੰਡੀਅਨ ਕੋ ਪਿਛਵਾਰ ਲਾ। ਤੋ ਕਹਿਣ ਤੋਂ ਭਾਵ ਹੈ ਕਿ ਉਸ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਮਾਤਲੋਕ ਵਿੱਚ ਆਏ ਗੁਰੂ ਦੀ ਸ਼ਰਨ ਲੈਣੀ ਪੈਣੀ ਹੈ। ਭਾਵ ਗੁਰੂ ਵਾਲੇ ਬਣ ਕੇ ਗੁਰੂ ਨੂੰ ਪੁੱਛਣਾ ਪੈਣਾ। ਅੱਜ ਸਾਡਾ ਜਿਹੜਾ ਮਾਰਗ ਦਰਸ਼ਨ ਹੈ ਭਗਤਾਂ ਦੀ ਬਾਣੀ, ਗੁਰੂਆਂ ਦੀ ਬਾਣੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਰਦੇ ਹਨ। ਤਾਂ ਸਤਿਗੁਰੂ ਪਾਤਸ਼ਾਹ ਉਹਨਾਂ ਨੂੰ ਕਹਿੰਦੇ ਤੁਹਾਡੀ ਅਗਿਆਨਤਾ ਦੀ ਮੱਤ ਓਨਾ ਚਿਰ ਦੂਰ ਨਹੀਂ ਹੁੰਦੀ ਜਿੰਨਾ ਚਿਰ ਗੁਰੂ ਨੂੰ ਪੁੱਛਦੇ ਨਹੀਂ। ਤੇ ਜਿਸ ਵੇਲੇ ਉਹਨਾਂ ਨੇ ਫਿਰ ਉਸ ਬ੍ਰਹਮਚਾਰੀ ਦੀ ਗੱਲ ਮੰਨ ਕੇ ਗੁਰੂ ਲੱਭਣਾ ਸ਼ੁਰੂ ਕੀਤਾ, ਘਰੋਂ ਹੀ ਦੱਸ ਪੈ ਗਈ ਤੇ ਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ ਵੀ ਚਲੇ ਗਏ। ਉੱਥੇ ਲਗਾਤਾਰ 12 ਸਾਲ ਉਹਨਾਂ ਨੇ ਜਲ ਢੋਣ ਦੀ, ਹੋਰ ਲੰਗਰ ਦੀ ਸੇਵਾ ਆਦਿ ਕੀਤੀ।
ਤੇ ਅਖੀਰ ਜਦੋਂ ਗੁਰੂ ਅੰਗਦ ਦੇਵ ਜੀ ਨੇ ਕਿਰਪਾ ਕੀਤੀ, ਉਹਨਾਂ ਦੇ ਸੀਸ ਪਰ ਹੱਥ ਰੱਖਿਆ ਔਰ ਉਹਨਾਂ ਨੂੰ ਗੁਰਤਾ ਗੱਦੀ ਸੌਂਪ ਦਿੱਤੀ ਔਰ ਆਪਣੀ ਜੋਤ, ਆਪਣਾ ਗਿਆਨ ਉਹਨਾਂ ਵਿੱਚ ਰੱਖ ਦਿੱਤਾ, ਤੇ ਫਿਰ ਉਹਨਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹ ਗਈ। ਫਿਰ ਦੇਖਦੇ ਆ ਕਿ ਵਾਕਿਆ ਹੀ ਗੁਰੂ ਵਾਲੇ ਬਣ ਕੇ ਜੀਵਨ ਕਿੰਨਾ ਪਲਟ ਜਾਂਦਾ, ਬਦਲ ਜਾਂਦਾ ਹੈ। ਤੇ ਉਹ ਸਤਿਗੁਰੂ ਅਮਰਦਾਸ ਅੱਜ ਸੰਸਾਰ ਨੂੰ ਤਾਰਨ ਜੋਗੇ ਹੋਏ, ਤੇ ਹਰਿਦੁਆਰ ਜਾ ਕੇ ਉਹਨਾਂ ਆਪਣੇ ਪੁਰਾਣੇ ਸੰਗੀਆਂ ਸਾਥੀਆਂ ਦਾ ਵੀ ਮਾਰਗ ਦਰਸ਼ਨ ਕਰਦੇ ਆ। ਦੁਬਾਰਾ ਹਰਿਦੁਆਰ ਵੱਲ ਜਾਣਾ, ਗੰਗਾ ਵੱਲ ਜਾਣ ਦਾ ਮਕਸਦ ਹੈ ਪ੍ਰਚਾਰ ਕਰਨਾ। ਤੇ ਫਿਰ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਗੇ ਜਾ ਕੇ ਇੱਕ ਸ਼ਬਦ ਲਿਖਿਆ ਹੈ ਕਿ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਉੱਥੇ ਗਏ, ਤੇ ਫਿਰ ਬਹੁਤ ਸਾਰੇ ਬ੍ਰਾਹਮਣਾਂ ਨੇ ਲਿਆ ਕਰਕੇ ਆਪਣੇ ਵੇਦਾਂ ਗ੍ਰੰਥਾਂ ਦੇ ਅਰਥ ਪੁੱਛੇ ਪਾਤਸ਼ਾਹ ਕੋਲੋਂ। ਫਿਰ ਸਤਿਗੁਰੂ ਨੇ ਦੱਸਿਆ ਵੀ ਤੁਹਾਡੀ ਬਾਣੀ ਵੇਦਾਂ ਦੀ ਆਹ ਕਹਿੰਦੀ ਆ, ਇਹਨੂੰ ਇਉਂ ਵਿਚਾਰੋ, ਇੱਦਾਂ ਚੱਲੋ, ਜੀਵਨ ਇੱਦਾਂ ਬਣੇਗਾ। ਤਾਂ ਅਗਿਆਨ ਮੱਤੀ ਸਦਾ ਅੰਧਿਆਰਾ, ਗੁਰਮੁਖ ਬੂਝ ਹਰ ਗਾਵਣਿਆ, ਅਕਥੋ ਕਥੀਐ ਸ਼ਬਦ ਸੁਹਾਵੈ। ਆਓ ਗੁਰੂ ਦੇ ਬਚਨ ਦਾ ਸਿਮਰਨ ਕਰਕੇ, ਨਾਮ ਜਪ ਕੇ, ਸ਼ਬਦ ਨਾਲ ਜੁੜ ਕੇ ਉਸ ਅਕਥ ਪਰਮੇਸ਼ਰ ਦੀ ਕਥਾ ਕਰੀਏ। ਉਸ ਅਕਥ ਨੂੰ ਪਰਮੇਸ਼ਰ ਅਕਥ ਕਿਉਂ ਹੈ? ਕਿਉਂਕਿ ਉਹਦੀ ਕੋਈ ਮੂਰਤੀ ਨਹੀਂ ਹੈਗੀ, ਉਹਦਾ ਕੋਈ ਸਰੂਪ ਨਹੀਂ ਹੈਗਾ, ਉਹਦੀ ਕੋਈ ਫੋਟੋ ਨਹੀਂ ਹੈਗੀ, ਉਹਦਾ ਕੋਈ ਸਰੀਰ ਨਹੀਂ ਹੈਗਾ। ਇਸ ਕਰਕੇ ਉਹ ਕਹਿਣਾ ਬੜਾ ਔਖਾ ਹੈ। ਪਰ ਉਸ ਅਕਥ ਨੂੰ ਗੁਰੂ ਨੇ ਕਥ ਦਿੱਤਾ। ਕਿਸ ਤਰ੍ਹਾਂ? ਜਿਵੇਂ ਦਸਵੇਂ ਪ੍ਰੀਤਮ ਕਹਿੰਦੇ, ਕਾਨ ਸੁਣੇ ਪਹਿਚਾਨ ਨਾ ਤਿਨਸੋ, ਲਿਵ ਲਾਗੀ ਮੋਰੀ ਪਗ ਇਨਸੋ। ਮੇਰੀ ਲਿਵ, ਮੇਰਾ ਧਿਆਨ ਉਹਨਾਂ ਦੇ ਚਰਨਾਂ ਨਾਲ ਲੱਗਿਆ ਹੋਇਆ ਹੈ ਜਿਨ੍ਹਾਂ ਦਾ ਸਰੂਪ ਤਾਂ ਕੋਈ ਨਹੀਂ ਹੈਗਾ, ਪਰ ਮੇਰੇ ਕੰਨ ਜਿਹੜੇ ਹਨ ਉਹਨਾਂ ਦੀ ਆਵਾਜ਼ ਨੂੰ ਸੁਣਦੇ ਹਨ। ਉਹਨਾਂ ਦੀ ਆਵਾਜ਼ ਨੂੰ ਮੈਂ ਸੁਣਦਾ ਹਾਂ, ਮੈਂ ਉਹ ਸ਼ਬਦ ਨਾਲ ਜੁੜਦਾ ਹਾਂ। ਕਿ ਤੁਸੀਂ ਸ਼ਬਦ ਨਾਲ ਨਹੀਂ ਜੁੜੇ ਹੋਏ? ਗ੍ਰਸਤੀ ਜੀਵਨ ਬਤੀਤ ਕਰਦਿਆਂ ਤੁਸੀਂ ਹਰ ਥਾਂ 'ਤੇ ਸ਼ਬਦ ਵਰਤਦੇ ਹੋ। ਡਾਕਟਰ ਦੇ ਦਿਮਾਗ ਵਿੱਚ ਵੀ ਗੁਰੂ ਪਿਆਰਿਓ ਦਵਾਈਆਂ ਦਾ ਗਿਆਨ ਵਸਿਆ ਹੋਇਆ ਸ਼ਬਦ ਰੂਪ ਦੇ ਵਿੱਚ। ਮਾਸਟਰਾਂ ਦੇ ਦਿਮਾਗ ਦੇ ਵਿੱਚ ਵੀ ਪੜ੍ਹਾਉਣ ਦਾ ਗਿਆਨ ਵਸਿਆ ਹੋਇਆ ਸ਼ਬਦ ਰੂਪ ਦੇ ਵਿੱਚ। ਬਸ ਗੱਲ ਮੁਕਾਓ ਕਿ ਸਾਡੀ ਸ੍ਰਿਸ਼ਟੀ ਜਿਹੜੀ ਹੈ ਸ਼ਬਦ ਨਾਲ ਹੀ ਚੱਲਦੀ ਹੈ। ਸ਼ਬਦੇ ਧਰਤੀ, ਸ਼ਬਦੇ ਆਕਾਸ਼, ਸ਼ਬਦ ਸ਼ਬਦ ਭਇਆ ਪ੍ਰਕਾਸ਼। ਸਗਲ ਸਮਗਰੀ ਸ਼ਬਦ ਕੇ ਪਾਛੈ, ਨਾਨਕ ਸ਼ਬਦ ਘਟੈ ਘਟਿ ਆਛੈ। ਸ਼ਬਦ ਕੋ ਚੀਨ ਭਾਈ, ਸ਼ਬਦ ਕੋ ਖੋਜ ਭਾਈ। ਸ਼ਬਦ ਕੇ ਚਾਨਣੇ ਇੱਕ ਵਸਤ ਪਾਈ, ਸ਼ਬਦ ਨਾ ਜਾਣੇ ਸੇ ਅੰਧੇ ਬੋਲੇ, ਸੇ ਕਿਤੇ ਆਏ ਸੰਸਾਰਾ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬੌਰਾਨੰ। ਕਬੀਰ ਸਾਹਿਬ ਜੀ ਦਾ ਬਚਨ ਹੈ, ਗੁਰ ਕਾ ਸ਼ਬਦ ਅਨਮੋਲ, ਖਬਰ ਪੜੀ ਜਿਸਨੇ ਲੀਆ। ਗੁਰੂ ਦਾ ਸ਼ਬਦ ਬੜਾ ਅਨਮੋਲ ਹੈ, ਜਿਹਨੇ ਲੈ ਲਿਆ ਉਹਨੂੰ ਖਬਰ ਪੜੀ, ਸਮਝ ਆ ਗਈ। ਤੇ ਕੌਣ ਲਊਗਾ? ਜਿਹਨੂੰ ਪਹਿਲਾਂ ਵੀ ਮਾੜੀ ਮੋਟੀ ਕਿਤੋਂ ਚੇਟਕ ਲੱਗੀ ਹੋਈ, ਉਹ ਫਿਰ ਆ ਕੇ ਕੁਛ ਪੁੱਛੇਗਾ, ਮਹਾਰਾਜ ਮੈਨੂੰ ਵੀ ਤੁਹਾਡਾ ਸ਼ਬਦ ਬਖਸ਼ੋ, ਜੋ ਸਾਨੂੰ ਪੰਜ ਪਿਆਰੀ ਅੱਜ ਦਿੰਦੇ ਹਨ। ਗੁਰ ਕਾ ਸ਼ਬਦ ਅਨਮੋਲ, ਖਬਰ ਪੜੀ ਜਿਸਨੇ ਲੀਆ। ਤੇ ਜਿਹਨੇ ਲੈ ਲਿਆ ਉਹਨੂੰ ਸਮਝ ਆ ਗਈ। ਤੇ ਫਿਰ ਚਾਂਚ ਨਾ ਪਾਂਖ ਨਾ ਪਾਂਵ ਬਿਨ ਗਬਨ ਕੀਆ। ਪੰਛੀ ਤਾਂ ਖੰਭਾਂ ਨਾਲ ਉੱਡ ਕੇ ਜਾਂਦਾ, ਅਸੀਂ ਪੈਰਾਂ ਨਾਲ ਤੁਰ ਕੇ ਜਾਂਦੇ ਹਾਂ। ਪਰ ਉੱਥੇ ਕਬੀਰ ਸਾਹਿਬ ਜੀ ਕਹਿੰਦੇ, ਨਾ ਚੁੰਝ ਦੀ ਲੋੜ, ਨਾ ਮੂੰਹ ਦੀ ਲੋੜ, ਨਾ ਪੈਰਾਂ ਦੀ ਲੋੜ, ਨਾ ਖੰਭਾਂ ਦੀ ਲੋੜ। ਫਿਰ ਜਾਂਦਾ ਕਿਵੇਂ ਆ? ਸੁਰਤ ਨਾਲ ਜਾਂਦਾ। ਕੋ ਸਤਨਾਮ ਸੀ। ਚਾਂਚ ਨਾ ਪਾਂਖ ਨਾ ਪਾਂਵ ਬਿਨ ਗਬਨ ਕੀਆ, ਗੁਰ ਕਾ ਸ਼ਬਦ ਅਮੋਲ, ਖਬਰ ਪੜੀ ਜਿਸਨੇ ਲੀਆ। ਇਸ ਕਰਕੇ ਸ਼ਬਦ ਬੜਾ ਕੀਮਤੀ ਹੈ। ਪਰਮੇਸ਼ਰ ਤੋਂ ਦੂਜੇ ਨੰਬਰ 'ਤੇ ਸ਼ਬਦ ਹੀ ਪੈਦਾ ਹੋਇਆ ਸੀ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਤਾਂ ਉਹ ਅਕਥ ਪਰਮੇਸ਼ਰ ਜੋ ਹੈ, ਇਹਨਾਂ ਸ਼ਬਦਾਂ ਰਾਹੀਂ ਉਹਨੂੰ ਕਥਿਆ ਗਿਆ। ਉਹਦੇ ਬਾਰੇ ਸਤਿਗੁਰਾਂ ਨੇ ਆਪਣੇ ਬਚਨਾਂ ਰਾਹੀਂ ਦੱਸਣਾ ਕੀਤਾ। ਅਕਥੋ ਕਥੀਐ ਸ਼ਬਦ ਸੁਹਾਵੈ, ਗੁਰਮਤੀ ਮਨ ਸੱਚੋ ਭਾਵੈ। ਜਦੋਂ ਮਨ ਮਤ ਛੱਡ ਕੇ ਗੁਰੂ ਦੀ ਮੱਤ ਮੁਤਾਬਕ ਚੱਲਾਂਗੇ, ਆਪਦੀ ਮਨ ਮਰਜ਼ੀ ਛੱਡ ਕੇ ਜਦੋਂ ਚੱਲਾਂਗੇ, ਜਿਵੇਂ ਗੁਰੂ ਸਾਹਿਬ ਕਹਿੰਦੇ ਆ, ਆਹ ਰਹਿਤ ਰੱਖੋ ਤੇ ਉਹ ਰੱਖਣੀ ਪੈਣੀ ਆ, ਆਹ ਕੁਰੈਤ ਹੈ ਇਹਨੂੰ ਛੱਡੋ ਤੇ ਉਹ ਛੱਡਣੀ ਪੈਣੀ ਆ। ਤੇ ਤੀਜੇ ਪਾਤਸ਼ਾਹ ਕਹਿੰਦੇ, ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਬਿਨ ਸਤਿਗੁਰ ਸੋ ਕਦੇ ਨਾ ਪਾਵੇ ਭਾਈ, ਫਿਰ ਪਛੋਤਾਵੇ। ਉਹਨਾਂ ਨੂੰ ਕਦੇ ਵੀ ਸੁੱਖ ਨਹੀਂ ਮਿਲ ਸਕਦਾ ਜਿਹੜਾ ਗੁਰੂ ਨੂੰ ਮਿਲਦਾ ਨਹੀਂ, ਗੁਰੂ ਵਾਲਾ ਬਣਦਾ ਨਹੀਂ, ਫਿਰ ਪਛਤਾਉਣਾ ਹੀ ਪੈਂਦਾ ਜ਼ਿੰਦਗੀ ਦੇ ਵਿੱਚ। ਮੇਰੇ ਪ੍ਰੀਤਮ ਜੀ ਕਹਿੰਦੇ,
सचो सच रवै दिन राती। इਉਂ गुरु की मत लै करके, गुरुमति मन सचो भावै। गुरु की मत लैके सच नूं प्राप्त करो, सच नाल जुड़ो, फिर जिंदगी भी सच वरतो। निक्कियां निक्कियां गल्लां ते सच वरतो, परिवार नाल ईमानदारी नाल सच वरतो। तो वो सच नूं जानने दे लई जिंदगी भी सच होना जरूरी है। सच तां पर जाणीए जा आत्म तीर्थ करे निवास। सतगुरु नूं पुछ के बह रहे करे निवास। आत्म तीर्थ किहड़ा है? अपने हिरदे विच। आत्मा तीर्थ है, तुहानूं बाहरले तीर्थां ते जाण दी लोड़ नहीं है। तीर्थ नहावन जाओ, तीर्थ नाम है। तीर्थ शब्द विचार अंतर ज्ञान है। सच तां पर जाणीए जा आत्म तीर्थ करे निवास। सतगुरु नो पुछ के बह रह करे निवास। सच सबना होए दारू, पाप कढै धोए। नानक वखाणै बेनती जिन सच पल्ले होए। मेरी गल उन्हां नूं समझ आऊगी जिहड़े सच ते ਚੱਲਣਗੇ, ते जिन्हें सच नूं ग्रहण नहीं करना, सच ते ਚੱਲਣਾ नहीं, उन्हां नूं गुरु की गल फायदा नहीं करेगी। कहो सतनाम सी। डॉक्टर की दवाई उन्हां नूं फायदा करेगी ना जे डॉक्टर की गल मनणगे। हुण डॉक्टर कोलों दवाई तो लियांदी, डॉक्टर ने खाण नूं कहा, पहलां तां खाधी नहीं, चलो खा लई। परहेज रखण नूं कहा, परहेज नहीं रखिया, फिर दवाई किवें काम करे? इस तरह ही गुरमत है। सतगुर सच आख्या करे जो सिखा मैं चूक। अंधे एक न लाग गई जो बांस बजाईया फूक। इधरों सुन के इधर कढ़ दिंदा, मनदा है नहीं गा, फिर किवें गल बने? गुरमति मन सच्चो भावै। सचो सच रवै दिन राती। ये मन सच रंगावणिया, दिन रात अपने जीवन में सच वरते। हर थां ते सच दे नाल ही वपार करे। घरे सच वरते, दुकान ते सच वरते, जीवन में सच वरते, ड्यूटी भी सच वरते। फिर ही वो सच प्राप्त होवेगा परमेश्वर। वो जो आद सच जुगाद सच है, सानू पहला जिंदगी दीयां छोटियां छोटियां गल्लां तो सच लियाउणा पऊ घर विच, हिरदे विच। प्रीतम जी कहने जो सच रते तिन सचो भावै। जिहड़े सच विच रंगे गए वो परमेश्वर नूं चंगे लगदे आ। जिस तरह कल आपां शामी जफरनामे की गल कर रहे सी, ते सतगुरु पातशाह जी ने जफरनामे दे विच लाहनतां पाईयां औरंगजेब नूं। मैं जे तू अपने आप नूं वड्डा शराबादी समझदा है, अपने आप नूं वड्डा धर्मी समझदा है, पर तू दूसरिਆਂ ਨੂੰ दुख दिंदा है, तू कदे भी प्रवान नहीं होवेगा। तो उन्हां पंडितां नूं गल समझाउंदे हन। पातशाह कहंदे तुसीं पढ़दे तां हो, नाल हंकार भी कर लैंदे हो कि मेरे वर्गा ज्ञानी कोई नहीं, फिर तुसीं कदे प्रवान नहीं होंगे। नेकी कर दरिया में डाल, हातम ताई ने कहा। गुरु साहब भी कहंदे है कि हमेशा किरत करो, नाम जपो, वंड छको और नेकी करो। फरीदा बुरे दा भला कर, गुस्सा मन ना हंडाए, देही रोग ना लगी पल्ले, सब कुछ पाए। बाबा फरीद जी कहते हैं। इस करके सतगुरु पातशाह चंगे मार्ग ते ਚੱਲਣ ਦੀ सलाह ਦਿੰਦੇ ਆ। सज्जन ठग वर्गिਆਂ ਨੂੰ, ਭੂਮੀਏ ਚੋਰ वर्गिਆਂ ਨੂੰ ਉਪਦੇਸ਼ ਹੀ ਤਾਂ ਦਿੱਤਾ ਸੀ ਨਾ। ਜਦੋਂ ਭੂਮੀਏ ਚੋਰ ਨੇ ਗੁਰੂ ਸਾਹਿਬ ਦੇ 3 ਬਚਨ ਮੰਨ ਲਏ, ਪਹਿਲਾਂ ਚੋਰ ਸੀਗਾ, पर वो बचन मनण तो बाद वो मुड़ के चोरी नहीं कर सकिया, बल्कि चोरी करन गया, राजे का वजीर बन गया। कहो सतनाम श्री। ये गुरु साहब के उपदेश की बख्शिश है, पर शर्त है जे मन्निया जावे। सुनिया मन्निया, मन कीता भाओ, फिर किधरे जान की लोड़ नहीं। अंतरगत तीर्थ मल नहाओ। प्रीतम जी कहते जो सच रते तिन सचो भावै। आपे दे ना पछोतावै। जिहड़े सच दे रंग विच रंगे गए, उन्हां ते परमेश्वर किरपा करदा। जो दातां देनियां वो आपे दिंदा। कबीर साहब सच दे रंग विच रंगे होए आ। वो ब्राह्मणां दे कर्म कांडां विच नहीं फसे होए, वो परमेश्वर दी कुदरत दे मुताबक चलदे आ। ते फिर परमेश्वर ने भी कबीर साहब दे वास्ते कोई घाट नहीं छड्डी। सारे कारज उन्हां ने कीते। भगत नामदेव जी दे कीते, भगत रविदास जी दे कीते। इस तरह जिन्हां ने वो सच नूं हिरदे विच बिठा लिया, फिर सच ने उन्हां दे काम कीते। जिवें धन्ने ने उस परमेश्वर नूं हिरदे विच वसा लिया, ते परमेश्वर ने धन्ने दे कारज कीते। इउं
जुग जुग भगत्यो पाया, पैज रखदा आया राम राजे। जिन्हां जिन्हां ने भगती की उन्हें लाज रखी, भगत प्रहलाद की लाज रखी। जिस वेले हरनाक्ष ने उसनूं मारन दे लई सारियां जुगतियां वरतियां, ना मार सकिया। अखीर आप मारन लई तैयार होया ते एक लोहे का पिलर गर्म करता, लाल करता। कहना जे तेरा हरी जिहड़ा है तैनूं बचाउण वाला, मैं देखदा किवें बचाउंदा। कित्थे है तेरा हरी? वो कहना हर थां ते ही आ। तो वह सोचदा मेरा बच्चा बड़ा जिद्दी है, मेरी गल मनदा नहीं। वो गुस्से विच आ गया। कहना मैं देखदा तेरा हरी किवें मनाउंदा है। कित्थे आ? वो कहने हर थां ते आ, पिलर विच भी है, जिहड़ा अग नाल लाल कीता, इह च भी हैगा, काहां दा इह च भी है। कहने चंगा इहनूं जफ्फी पा ला। जो प्रहलाद जी कहने पिलर दे वल झाके ना, ते उत्थे परमेश्वर ने भगत नूं डोलण तो बचाउण वास्ते कीड़ी का रूप धर के उत्ते तुरदे विखाया। कहो सतनाम। भगत जी नूं खुशी हुई भी यार कीड़ी नहीं मच रही तो मैं किवें मचूंगा। तो उन्हें जफ्फी पाई तो पिलर फट गया। कहने कहो सतनाम श्री। जब पिलर फटिया फिर ਉਹਦੇ ਵਿੱਚੋਂ परमेश्वर का ਉਹ रूप निकलिया जिसनों नरसिंह कहते आ। तो फिर उसने हरनाक्ष का खात्मा किया। हरनाकश दुष्टर मारिया, प्रहलाद तराया, हंकारियां निंदका पिठ दे, नाम देव मुख लाया, जा नानक ऐसा सेवे अंत ले छड़ाया। जिन्हां ने उन्होंने याद किया। जो सच रते तिन सचो भावै, आपे दे ना पछोतावै। पर शर्त है गुर कै शब्द सदा सच जाता। गुरु के शब्द नाल जुड़ के वो सच नूं जाणिया जा सकता है। धन गुरु अमरदास महाराज जी हरद्वार दे विच उन्हां विद्वान पंडितां नूं इह ज्ञान दे रहे हैं। ठीक है, वो कहने सी असी वेदां नूं पढ़ के मुक्त होवांगे, तुसी कल्ले नाम दा प्रचार ही कर दिओ भी नाम जपो नाम जपो। फिर तुहाडे सिखां दी मुक्ति किवें होवेगी? सतगुरां दे बचन साइंटिफिक है, भाव साइंस भी कट नहीं सकदी गुरु दे बचनां नूं। को सतनाम। कोई ये नहीं कह सकदा भी यह गल सही नहीं। नाम किवें साडी मुक्ति करदा? जद असी जपांगे, जीवन दे विच जपण दी आदत पावांगे तो अखीर वेले असी उसनूं याद करांगे। वाहिगुरू मंत्र नूं जपांगे, जपदे होए आखिरी समा जद आवेगा, साडी सुरत विच ये शब्द बह जावेगा तो फिर साडी सुरत विच होर कोई फुरना नहीं आवेगा। भावें कि उस वेले साडे हत्थ भी साथ नहीं देणगे, अखां भी साथ नहीं देणगियां, जवान भी साथ नहीं देवेगी, पैर भी साथ नहीं देवेगे, पर सुरत विच वसिया होया शब्द साथ देऊगा। कहो सतनाम श्री। वो चलूगा क्योंकि सुरत ने निकलना है, शरीर चों सवास ने निकलना है। उस वेले वाहिगुरू मंत्र ने फिर ये नाल जाना है तो धर्मराज दे वल जाण दी बजाय फिर ये रूह जिहड़ी है परमेश्वर वल जावेगी। तो जिन्हां ने जपिया ही नहीं वो अंत वेले अनेकां फुरनियां विच फस जाणगे। भगत लोचन जी कहते अंत काल जे लक्ष्मी सिमरे, ऐसी चिंता मैं जे मरे, सर्पजोन बल बल उतरे। अरे बाई गोबिंद ना मत विसरै, अंत काल जे लड़के सिमरे, ऐसी चिंता मैं जे मरे, सूकर जोन होए बल बल उतरे। अंत काल जे स्त्री सिमरे, ऐसी चिंता मैं जे मरे, वेसवा जोन होए बल बल उतरे। अंत काल जे मंदिर सिमरे, कोठी बिल्डिंग मैं तो मसा बनाई सी, हुण मेरा की बनूगा। तो कहते जे बिल्डिंग नूं याद कर लिया, अपनी कोठी नूं याद कर लिया, क्योंकि बनाउण ते मनुख दा मन लगदा, ध्यान लगदा, जी लगदा। पर मरदे होए जे ध्यान उहदे विच ही रह गया तो प्रेत जोन होए बल बल उतरे। फिर निकलूगा किवें? अंत काल नारायण सिमरे। तो नारायण वो शब्द है जिहड़ा गुरु कोलों मिलदा है। चाहे राम कह लो, चाहे वाहिगुरू कह लो, चाहे नारायण कह लो, ये बेअंत परमेश्वर दे नाम है। पर किसी नाम ते खड़ो तो सही। जब तुसी एक नाम नूं जपना शुरू करोगे, जो भी तुहाडे गुरु ने तुहानूं दिता होया है, हिंदू मत वाले राम राम जपदे आ, मुसलमान अल्लाहू कहते हैं, असी वाहिगुरू मंत्र का जाप करते हैं। वैसे वाहिगुरू मंत्र साहब दे लई है, कोई भी जप लवे, ये कोई मोहर नहीं लगी हुई भी साडे वास्ते ही आ। आल वर्ल्ड का गुरु है। सेवा संभाल की ड्यूटी खालसा पंथ की है, सिख संगतां दी है, पर गुरु ग्रंथ साहिब जी का उपदेश सारियां वास्ते साझा है। प्रथाए साखी महापुरख बोलदे, सांझी सगल जहाने, खत्री ब्राह्मण सूद वैस उपदेश, चौ वर्ना को सांझा। गुरमुख नाम जपै उधरै सो कलम है, घट घट नानक माझा, सब दे हिरदे विच इहदा वासा है। तो सारे इनू जप के पार हो सकते हैं। अंत काल नारायण सिमरे,
ऐसी चिंता मैं जे मरे बन तलोचन ते नर मुक्ता। पीतंबर वाक़ा हृदय वसे मेरे प्रीतम जी अगे बख्शिश करते हैं। गुर कै शब्द सदा सच जाता, मिल सच्चे सुख पावनिया। सिमरन ਦੇ ਵਿੱਚ ਇੱਕ ਹੋਰ ਵੀ ਤਾਕਤ ਹੈ। ਜਿਹੜੀਆਂ ਤੁਹਾਡੀਆਂ ਦਿਮਾਗ ਦੀਆਂ ਨਾੜੀਆਂ ਬੰਦ ਪਈਆਂ ਹੋਈਆਂ ਨਾ, ਕਿਸੇ ਦਾ ਮੋਟਾ ਦਿਮਾਗ ਹੈ, ਕਿਸੇ ਦਾ ਬਰੀਕ ਦਿਮਾਗ ਹੈ। ਜਿਨ੍ਹਾਂ ਦਾ ਮੋਟਾ ਦਿਮਾਗ ਹੈ, ਅਗਰ ਉਹ ਸਿਮਰਨ ਕਰਨ ਲੱਗ ਜਾਣ ਉਹਨਾਂ ਦਾ ਵੀ ਬਰੀਕ ਹੋ ਜਾਊਗਾ। ਭਾਵ ਜਿੰਨੀਆਂ ਸੂਖਸ਼ਮ ਨਾੜੀਆਂ ਉਹ ਖੁੱਲ੍ਹ ਜਾਂਦੀਆਂ। ਤਾਂ ਗੁਰੂ ਪਿਆਰਿਓ, ਇਸ ਕਰਕੇ ਸਤਿਗੁਰੂ ਪਾਤਸ਼ਾਹ ਸਾਨੂੰ ਸਿਮਰਨ ਨਾਲ ਜੋੜਦੇ ਹੈ। ਸਿਮਰਨ ਸਾਡੇ ਦਿਮਾਗ ਨੂੰ ਝਟਕਾ ਮਾਰਦਾ, ਹੌਲਾ ਹੌਲਾ, ਹਲਕਾ ਹਲਕਾ। ਅਤੇ ਜਿਹੜੀਆਂ ਸੋਚਣ ਸ਼ਕਤੀ ਦੀਆਂ ਬਰੀਕ ਨਾੜੀਆਂ ਜਿਨ੍ਹਾਂ ਵਿੱਚ ਬੜਾ ਸੂਖਮ ਸੋਚਿਆ ਜਾ ਸਕਦਾ ਹੈ, ਸਾਡੀ ਹਜੇ ਬੁੱਧੀ ਜਿਹੜੀ ਹੈ 5-7% ਹੀ ਕੰਮ ਕਰਦੀ ਆ 100% ਵਿੱਚੋਂ। ਅਤੇ ਸਤਿਗੁਰੂ ਨਾਨਕ ਪਾਤਸ਼ਾਹ ਦੀ ਉਹ ਨਾ ਤਾਂ 100% ਤੋਂ ਵੀ ਉੱਤੇ ਕਰਦੀ ਆ, ਕਿਉਂਕਿ ਇਸੇ ਕਰਕੇ ਉਹਨਾਂ ਨੇ ਆਉਣ ਵਾਲੇ ਸਮੇਂ ਦੀਆਂ ਗੱਲਾਂ ਗੁਰਬਾਣੀ 'ਚ ਪਹਿਲਾਂ ਲਿਖ ਦਿੱਤੀਆਂ। ਕੋ ਸਤਨਾਮ ਸ੍ਰੀ। ਇਸ ਕਰਕੇ ਗੁਰੂ ਪਿਆਰੋ, ਸਾਡੀ ਬੁੱਢੀ ਤਾਂ ਹਜੇ 5-7% ਕਰਦੀ ਹੈ, ਪਰ ਜੇ ਸਿਮਰਨ ਕਰਾਂਗੇ ਤਾਂ ਫਿਰ ਜਿਵੇਂ ਜਿਵੇਂ ਸਿਮਰਨ ਕਰਾਂਗੇ ਸਾਡੇ ਦਿਮਾਗ ਦੇ ਵਿੱਚ ਗਿਆਨ ਪ੍ਰਗਟ ਹੋਵੇਗਾ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ, ਸੱਚੋ ਸੱਚ ਗੁਰ ਕੈ ਸ਼ਬਦ ਸਦਾ ਸੱਚ ਜਾਤਾ, ਮਿਲ ਸੱਚੇ ਸੁਖ ਪਾਵਨਿਆ। ਜਦੋਂ ਗੁਰੂ ਦੇ ਸ਼ਬਦ ਨਾਲ ਜੁੜੇਗਾ ਫਿਰ ਤੈਨੂੰ ਉਹ ਸੱਚ ਦਾ ਗਿਆਨ ਹੋਵੇਗਾ, ਪਛਾਣ ਆਵੇਗੀ ਬਈ ਅਸਲ ਵਿੱਚ ਰੱਬ ਹੈ ਕੀ। ਨਹੀਂ ਤਾਂ ਫਿਰ ਕੂੜ ਕੁਸਤ ਤਿੰਨਾ ਮੈਲ ਨਾ ਲਾਗੇ। ਦੁਨੀਆ ਕੂੜ ਕੁਸਤ ਨਾਲ ਜੁੜੀ ਹੋਈ ਆ। ਜਿਵੇਂ ਅਖੌਤੀ ਧਰਮ ਦੇ ਮੁਖੀ ਬ੍ਰਾਹਮਣਾਂ ਨੇ ਇਸ ਸੰਸਾਰ ਨੂੰ ਕਹਿ ਦਿੱਤਾ, ਮੜੀਆਂ ਪੂਜੋ ਜੀ, ਸ਼ਰਾਧ ਕਰੋ, ਨਰਾਤੇ ਕਰੋ, ਆਦਿ ਆਦਿ। ਅਗਿਆਨਤਾ ਵਿੱਚ ਹੀ ਬੰਦਾ ਉਹ ਸਾਰਾ ਕੁਝ ਕਰੀ ਜਾਂਦਾ ਜਿੰਨਾ ਚਿਰ ਗਿਆਨ ਨਹੀਂ ਹੁੰਦਾ। ਜਦੋਂ ਗਿਆਨ ਹੋ ਗਿਆ ਛੱਡ ਜਾਊਗਾ। ਕਹੋ ਸਤਨਾਮ ਸ੍ਰੀ। ਨਾਮਦੇਵ ਜੀ ਨੂੰ ਗਿਆਨ ਹੋਇਆ ਅਤੇ ਉਹਨਾਂ ਨੇ ਆਪਣੀ ਫੀਲਿੰਗ ਜੋ ਉਹਨਾਂ ਨੂੰ ਅਨੁਭਵ ਹੋਇਆ ਉਹਨਾਂ ਨੇ ਸ਼ਬਦ ਵਿੱਚ ਉਚਾਰ ਦਿੱਤਾ। ਦੇਖੋ ਭਾਈ, ਗਿਆਨ ਕੀ ਆਈ ਆਂਦੀ, ਬੜੀ ਗਿਆਨ ਦੀ ਹਨੇਰੀ ਆਈ। ਸਭੇ ਉਡਾਣੀ ਭਰਮ ਕੀ ਟਾਟੀ। ਟਾਟੀ ਹੁੰਦੀ ਆ ਘਾਹ ਫੂਸ, ਤਿਨਕੇ, ਕਾਗਜ਼ ਆਦਿ ਜਿਵੇਂ ਹਨੇਰੀ ਵਿੱਚ ਉੱਡ ਜਾਂਦੇ ਹੈ। ਜਦੋਂ ਅੰਦਰ ਗਿਆਨ ਦੀ ਹਨੇਰੀ ਆਈ ਅਤੇ ਇਹ ਕੂੜ ਕੁਸੱਤ ਉੱਡ ਜਾਣਾ। ਕਹੋ ਸਤਨਾਮ ਸ੍ਰੀ। ਦਿਮਾਗ ਦੇ ਵਿੱਚੋਂ ਭਰਮ, ਕਰਮਕਾਂਡ, ਭੁਲੇਖੇ, ਵਹਿਮ ਆਦਿ ਇਹਨਾਂ ਦੀ ਦਵਾਈ ਕੇਵਲ ਨਾਮ ਹੈ। ਦੁਨੀਆ ਕਹਿੰਦੀ ਬਈ ਵਹਿਮ ਦੀ ਕੋਈ ਦਵਾਈ ਨਹੀਂ ਹੈ। ਕਿਉਂ ਨਹੀਂ? ਆ ਨਾਮ ਵਹਿਮ ਦੀ ਦਵਾਈ ਆ। ਕਹੋ ਸਤਨਾਮ ਸ੍ਰੀ। ਸਿਮਰਨ ਕਰਾਂਗੇ ਦੇ ਦਿਮਾਗ ਦੇ ਵਿੱਚੋਂ ਸਾਰੇ ਕਰਮਕਾਂਡ, ਵਹਿਮ, ਭਰਮ ਆਦਿ ਉੱਡ ਜਾਣਗੇ। ਦੇਖੋ ਭਾਈ, ਗਿਆਨ ਕੀ ਆਈ ਆਂਦੀ, ਸਭੇ ਉਡਾਣੀ ਭਰਮ ਕੀ ਟਾਟੀ, ਰਹਿ ਨਾ ਮਾਇਆ ਬਾਂਧੀ। ਫਿਰ ਹਨੇਰੀ ਤੋਂ ਪਿੱਛੋਂ ਮੀਂਹ ਆਇਆ। ਪਹਿਲਾਂ ਗਿਆਨ ਹੋਇਆ, ਫਿਰ ਅੰਦਰੋਂ ਅਮਰ ਦੀਆਂ ਬੂੰਦਾਂ ਦਾ ਮੀਂਹ ਅੰਦਰ ਪਿਆ। ਇਹ ਅੰਦਰਲੀ ਗੱਲ ਹੈ। ਆਂਦੀ ਪਾਛੈ ਜੋ ਜਲ ਵਰਖੈ ਤੇ ਤੇਰਾ ਜਨ ਭੀਨਾ। ਕਹਿੰਦੇ ਹਨੇਰੀ ਤੋਂ ਪਿੱਛੋਂ ਮੀਂਹ ਪਿਆ ਅਤੇ ਮੀਂਹ ਦੇ ਥੱਲੇ ਕਹਿੰਦਾ ਮੇਰਾ ਰੂਹ ਭਿੱਜ ਗਈ ਆ, ਮੇਰਾ ਮਨ ਭਿੱਜ ਗਿਆ ਹੈ। ਤਾਂ ਨਾਮਦੇਵ ਜੀ ਨੂੰ ਇਹ ਬਖਸ਼ਿਸ਼ ਪ੍ਰਾਪਤ ਹੋਈ। ਇੱਕ ਦਿਨ ਬੈਠੇ ਬੈਠੇ ਕਹਿੰਦੇ, ਅਣਮੜਿਆ ਮੰਡਲ ਵਾਜੈ, ਬਿਨ ਸਾਵਣ ਘਨ ਹਰ ਗਾਜੈ। ਕੋਲੇ ਹੋਰ ਵੀ ਦੋਸਤ ਮਿੱਤਰ ਸਾਥੀ ਭਗਤ ਬੈਠੇ ਨੇ। ਕਹਿੰਦੇ ਆਹਾ, ਢੋਲ ਵੱਜ ਰਿਹਾ ਬਿਨਾ ਮੜਿਆ ਹੋਇਆ। ਅਣਮੜਿਆ ਮੰਡਲ ਵਾਜੈ, ਬਾਹਰ ਜੇਠ ਹਾੜ ਦਾ ਮਹੀਨਾ ਹੈ। ਬਿਨ ਸਾਵਣ ਘਨ ਹਰ ਗਾਜੈ, ਬੱਦਲ ਗਰਜ ਰਹੇ ਆ, ਮੋਰ ਬੋਲ ਰਹੇ ਹੈ। ਬਿਨ ਸਾਵਣ ਘਨ ਹਰ ਗਾਜੈ, ਬਾਦਲ ਬਿਨ ਬਰਖਾ ਹੋਈ। ਮੀਂਹ ਪੈ ਰਿਹਾ ਬੱਦਲਾਂ ਤੋਂ ਬਗੈਰ ਹੀ। ਸਾਥੀ ਕਹਿੰਦੇ, ਭਗਤ ਜੀ ਇਹ ਕਿੱਥੋਂ ਦੀਆਂ ਗੱਲਾਂ ਕਰਦੇ ਹੋ? ਬਾਹਰ ਤਾਂ ਧੁੱਪ ਨਿਕਲੀ ਹੋਈ ਆ। ਕਹੋ ਸਤਨਾਮ, ਕੋਈ ਮੀਂਹ ਨਹੀਂ ਪੈ ਰਿਹਾ। ਭਗਤ ਜੀ ਕਹਿੰਦੇ, ਜੋ ਤੱਤ ਵਿਚਾਰਿਆ ਕੋਈ, ਇਹ ਸਭ ਕੁਝ ਮਨੁੱਖ ਦੇ ਅੰਦਰ ਹੁੰਦਾ। ਕਹੋ ਸਤਨਾਮ। ਜੇ ਮੈਨੂੰ ਕੋਈ ਐਸਾ ਰੱਬ ਦਾ ਪਿਆਰਾ ਘਰ ਮੈਂ ਘਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸੁਜਾਨ। ਜੇ ਮੈਨੂੰ ਕੋਈ ਮੇਰੇ ਇਸ ਘਰ ਵਿੱਚੋਂ ਮੇਰਾ ਘਰ ਵਿਖਾ ਦੇਵੇ। ਤੁਹਾਡੇ ਇੱਕ ਸਰੀਰ ਵਿੱਚ 72 ਘਰ ਹਨ। ਬਟੂਆ ਏਕ 72 ਆਧਾਰੀ ਵਿੱਚ 72 ਖਾਨੇ ਹੈ, 72 ਬੈਠਕਾਂ ਹੈ। ਪਰ ਉਹਨਾਂ ਸਾਰੀਆਂ ਬੈਠਕਾਂ ਜੋ ਤੁਹਾਡੀ ਬੈਠਕ 10ਵੇਂ ਦੀਵਾਰ 'ਚ ਹੈ। ਕਹੋ ਸਤਨਾਮ। ਨਾ ਗੁਰਦਿਆਂ ਵਿੱਚ ਹੈ, ਨਾ ਪਿੱਤੇ ਵਿੱਚ ਹੈ, ਨਾ ਤਿੱਲੀ ਵਿੱਚ ਹੈ, ਨਾ ਫੇਫੜਿਆਂ ਵਿੱਚ ਹੈ। ਸਾਡੀ ਰਿਹਾਇਸ਼ 10ਵੇਂ ਦੀਵਾਰ ਵਿੱਚ ਹੈ। ਕੋਈ ਮੈਨੂੰ ਇਸ ਬੈਠਕ ਦੇ ਬਾਰੇ ਦੱਸ ਦੇਵੇ। ਘਰ ਮੈਂ ਘਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸੁਜਾਨ। ਮੈਂ ਉੱਥੋਂ ਦੇ ਕੁਝ ਲੱਛਣ ਸੁਣੇ ਆ ਸਿਆਣਿਆਂ ਕੋਲੋਂ, ਭਗਤਾਂ ਕੋਲੋਂ। ਕੀ ਲੱਛਣ ਆ ਉੱਥੋਂ ਦੇ?
ਪੰਜ ਸ਼ਬਦ ਧੁਨ ਘਾਰ ਧੁਨ, ਉੱਥੇ ਪੰਜ ਸ਼ਬਦਾਂ ਦੀਆਂ ਧੁਨਾਂ ਵੱਜ ਰਹੀਆਂ। ਤੈ ਬਾਜੈ ਸਾਚ ਸ਼ਬਦ ਨਿਸ਼ਾਨ, ਉੱਥੇ ਕਹਿੰਦੇ ਸੱਚੇ ਸ਼ਬਦ ਨੂੰ ਜਿਹੜਾ ਹੈ ਉਹਦੀ ਗੂੰਜ ਹੋ ਰਹੀ ਹੈ। ਕੋਈ ਮੈਨੂੰ ਉਸ ਘਰ ਬਾਰੇ ਦੱਸੇ, ਮੈਂ ਉਹਨੂੰ ਆਪਣਾ ਗੁਰੂ ਮੰਨ ਲਵਾਂਗਾ। ਕਹੋ ਸਤਿਨਾਮ ਸ੍ਰੀ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਸਿੱਖੋ, ਦੁਨੀਆ ਵਿੱਚ ਜਿਹੜਾ ਕੂੜ ਸੱਤ ਹੈ, ਇਹਦੀ ਮੈਲ ਨਾਮ ਨੇ ਲਾਉਣੀ ਹੈ। ਤੇ ਜਿਹੜੇ ਸੱਚ ਨਾਲ ਜੁੜ ਗਏ, ਕੂੜ ਕੁਸਤ ਤਿੰਨਾ ਮੈਲ ਨਾ ਲਾਗੈ, ਉਹਨਾਂ ਦੇ ਅੰਦਰ ਝੂਠ ਫਰੇਬ ਦੀ ਮੈਲ ਨਹੀਂ ਲੱਗੇਗੀ। ਭਾਵ ਉਹ ਝੂਠ ਫਰੇਬ ਤੋਂ ਸਾਫ਼ ਹੋ ਜਾਣਗੇ। ਉਹ ਕਿਸੇ ਨਾਲ ਧੋਖਾ ਦਗਾ ਫਰੇਬ ਆਦਿ ਨਹੀਂ ਕਰਨਗੇ। ਉਹਨਾਂ ਦਾ ਜੀਵਨ ਬਦਲ ਜਾਵੇਗਾ, ਕਨਵਰਟ ਹੋ ਜਾਣਗੇ ਉਹ। ਕੂੜ ਕੁਸਤ ਤਿੰਨਾ ਮੈਲ ਨਾ ਲਾਗੈ, ਗੁਰ ਪ੍ਰਸਾਦੀ ਆਂਡਣ ਜਾਗੈ। ਗੁਰੂ ਦੀ ਕਿਰਪਾ ਸਦਕਾ ਹਮੇਸ਼ਾ ਸੁਚੇਤ ਰਹਿਣਗੇ। ਜਾਗਣ ਦਾ ਮਤਲਬ ਇਹ ਨਹੀਂ ਕਿ ਰਾਤ ਨੂੰ ਵੀ ਨਹੀਂ ਸੌਂਦੇ ਆ, ਪਰ ਉਹ ਜ਼ਿੰਦਗੀ ਵੀ ਸੁਚੇਤ ਰਹਿੰਦੇ ਆ। ਨਾ ਉਹ ਮਰੈ ਨਾ ਠਾਗੈ ਜਾਏ, ਜਿਨ ਕੈ ਰਾਮ ਵਸੈ ਮਨ ਮਾਹੇ। ਮੇਰੇ ਪ੍ਰੀਤਮ ਜੀ ਕਹਿੰਦੇ, ਕੂੜ ਕੁਸਤ ਨ ਮੈਲ ਨਾ ਲਾਗੈ, ਗੁਰ ਪ੍ਰਸਾਦੀ ਆਂਡਣ ਜਾਗੈ। ਨਿਰਮਲ ਨਾਮ ਵਸੈ ਘਟਿਆ ਭੀਤਰ, ਜੋਤੀ ਜੋਤ ਮਿਲਾਵਣਿਆ। ਹੁਣ ਜੋਤੀ ਜੋਤ ਮਿਲਾਉਣਾ ਇੱਕ ਜੁਗਤ ਹੈ। ਕਹੋ ਸਤਿਨਾਮ। ਜੋ ਤੁਹਾਡਾ ਅੱਖੀਆਂ ਦੇ ਵਿੱਚ ਹੈ ਤੇ ਜੋਤੀ ਤੁਹਾਡੇ ਸਰੂਪ ਨੂੰ ਕਹਿੰਦੇ ਆ, ਇਹਨਾਂ ਦੋਨਾਂ ਨੂੰ ਮਿਲਾਉਣਾ ਇਹ ਜੁਗਤ ਹੈ। ਗੁਰਮੰਤਰ ਲੈ ਕਰਕੇ, ਗੁਰੂ ਦੇ ਕੋਲੋਂ ਮੰਤਰ ਲੈ ਕੇ ਇੱਕ ਅਵਸਥਾ ਬੈਠਣ ਦਾ ਢੰਗ ਹੈ, ਬੈਠਣ ਦੀ ਜੁਗਤੀ ਹੈ। ਕਹਿੰਦੇ ਇਸ ਤਰ੍ਹਾਂ ਜਦੋਂ ਕੋਈ ਸੱਚ ਨਾਲ ਜੁੜ ਕੇ ਗੁਰੂ ਦੇ ਬਖਸ਼ੇ ਸ਼ਬਦ ਨੂੰ ਲੈ ਕਰਕੇ ਆਪਣੇ ਅੰਦਰ ਜਾਵੇਗਾ, ਅੰਦਰ ਹਿਰਦੇ ਵਿੱਚ ਹਰੀ ਦਾ ਨਾਮ ਵਸੇਗਾ ਤੇ ਬਾਹਰੋਂ ਜੋਤੀ ਜੋਤ ਮਿਲ ਜਾਵੇਗੀ। ਭਾਵ ਇਹ ਜੋਤ ਪਰਮੇਸ਼ਰ ਨਾਲ ਮਿਲ ਜਾਵੇਗੀ। ਜੋਤੀ ਸਰੂਪ ਪਰਮਾਤਮਾ ਦਾ ਨਾਮ ਵੀ ਹੈ। ਜੋਤੀ ਸਰੂਪ ਇਹ ਗੁਰਦੁਆਰਾ ਸਾਹਿਬ ਵੀ ਹੈ, ਜਿੱਥੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਦਾ ਸਥਾਨ ਹੈ। ਜੋਤੀ ਸਰੂਪ ਤੁਹਾਡਾ ਆਪਣਾ ਚਿਹਰਾ ਵੀ ਹੈ, ਨਿੱਜ ਸਰੂਪ ਵੀ ਇਸ ਨੂੰ ਕਹਿ ਦਿੰਦੇ ਆ। ਨਿੱਜ ਹੁੰਦਾ ਆਪਣਾ ਆਪ ਦਾ, ਦੂਜੇ ਦਾ ਧਿਆਨ ਨਹੀਂ ਧਰਨ ਦੀ ਲੋੜ। ਨਿਰਮਲ ਨਾਮ ਵਸੈ ਘਟ ਭੀਤਰ, ਜੋਤੀ ਜੋਤ ਮਿਲਾਵਣਿਆ। ਵਿਦਵਾਨੋ ਉਹ ਪੰਡਤੋ, ਕਿਉਂਕਿ ਬਚਨ ਚੱਲ ਰਹੇ ਆ ਗੁਰੂ ਅਮਰਦਾਸ ਜੀ ਦੇ ਹਰਿਦੁਆਰ ਦੇ ਪੰਡਤਾਂ ਦੇ ਨਾਲ। ਉਹ ਕਹਿੰਦੇ ਅਸੀਂ ਵੇਦ ਪੜ੍ਹਦੇ ਹਾਂ ਤੇ ਅਸੀਂ ਵੇਦਾਂ ਨੂੰ ਪੜ੍ਹ ਕੇ ਮੁਕਤ ਹੋਵਾਂਗੇ। ਤੁਸੀਂ ਇੱਕੋ ਹੀ ਗੱਲ ਕਹਿੰਦੇ ਹੋ, ਨਾਮ ਜਪੋ ਨਾਮ ਜਪੋ। ਪਾਤਸ਼ਾਹ ਸਾਡਾ ਇੱਕ ਥਾਂ 'ਤੇ ਧਿਆਨ ਲਵਾਉਂਦੇ ਹਨ। ਕਹੋ ਸਤਿਨਾਮ। ਇੱਕ ਡਾਇਰੈਕਸ਼ਨ ਦਿੰਦੇ ਆ, ਸਾਡਾ ਇੱਕ ਮਾਰਗ ਦਰਸ਼ਨ ਕਰਦੇ ਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਹਨ, ਤ੍ਰੈ ਗੁਣ ਪੜ੍ਹੈ ਹਰ ਤਤ ਨ ਜਾਣੈ। ਜਿਹੜਾ ਤਿੰਨਾਂ ਗੁਣਾਂ ਦੇ ਵਿੱਚ ਫਸਿਆ ਹੋਇਆ, ਉਹਨਾਂ ਨੂੰ ਹਰੀ ਦੀ ਸਮਝ ਨਹੀਂ ਆਉਣੀ। ਵਿਦਵਾਨੋ ਪੰਡਤੋ, ਕਹਿੰਦੇ ਪਿੱਛੇ ਪੜ੍ਹਿਆ ਸੀ ਆਪਾਂ, ਮਨਮੁਖ ਪੜ੍ਹੇ ਪੰਡਿਤ ਕਹਾਵੈ, ਦੂਜੈ ਭਾਏ ਮਹਾਂ ਦੁਖ ਭਾਵੈ। ਦੂਜਾ ਭਾਏ ਦੂਜੇ ਥਾਂ 'ਤੇ ਸੁਰਤ ਦਾ ਜਾਣਾ, ਸ਼ਬਦ ਨੂੰ ਛੱਡ ਕੇ ਦੂਜਿਆਂ ਨਾਲ ਜੁੜਨਾ, ਉਹ ਹੈ ਰਜੋ ਤਮੋ ਸਤੋ। ਇਹਨਾਂ ਤਿੰਨਾਂ ਗੁਣਾਂ ਵਿੱਚ ਦੁਨੀਆ ਵਿਚਰ ਰਹੀ ਹੈ। ਇਹ ਤਿੰਨੇ ਗੁਣ ਹੀ ਸੰਸਾਰ ਨੂੰ ਪੈਦਾ ਕਰਦੇ ਆ, ਖਤਮ ਕਰਦੇ ਆ, ਚੱਕਰਾਂ 'ਚ ਪਾਉਂਦੇ ਆ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ, ਤ੍ਰੈ ਗੁਣ ਪੜ੍ਹੈ ਹਰ ਤਤ ਨ ਜਾਣੈ। ਹਰੀ ਦੀ ਗੱਲ ਦੀ ਸਮਝ ਨਹੀਂ ਆਈ। ਸਿਮਟ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ। ਤਤੈ ਸਾਰ ਨਾ ਜਾਣੀ ਗੁਰੂ ਬਾਝੋ, ਤਤੈ ਸਾਰ ਨਾ ਜਾਣੀ। ਤ੍ਰਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆ ਰਹਿਣ ਬਿਹਾਣੀ। ਇੱਥੇ ਨਹੀਂ ਵੀ ਕਿ ਰਾਤ ਨੂੰ ਸੁੱਤਾ ਪਿਆ ਤੇ ਦਿਨੇ ਵੀ ਸੁੱਤਾ ਪਿਆ। ਮਤਲਬ ਅਗਿਆਨਤਾ ਵਿੱਚ ਜ਼ਿੰਦਗੀ ਇਉਂ ਬਤੀਤ ਕਰਤੀ ਜਿਵੇਂ ਸੁੱਤਿਆਂ ਸੁੱਤਿਆਂ ਰਾਤ ਲੰਘ ਜਾਂਦੀ ਆ। ਕਹੋ ਸਤਿਨਾਮ। ਸੁੱਤਿਆ ਰਹਿਣ ਬਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੈ ਨਾਨਕ ਸੋ ਤਤ ਪਾਏ, ਜਿਸਰੋਂ ਆਂਡਿਨ ਹਾਲੇ ਵਲਾਗੇ। ਜਾਗਤ ਰਹਿਣ ਬਿਹਾਣੀ, ਜਾਗਤ ਰਹਿਣ ਬਿਹਾਣੀ, ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਨਾਲ ਜੁੜਨਾ, ਇਹ ਵੀ ਅਰਥ ਹੈ ਇਹਦਾ। ਜਾਗਤ ਰਹਿਣ ਬਿਹਾਣੀ ਦਾ ਭਾਵ ਸਾਡੀ ਜ਼ਿੰਦਗੀ ਜਿਹੜੀ ਹੈ ਅਗਿਆਨਤਾ ਦੇ ਹਨੇਰੇ 'ਚ ਫਸੀ ਹੋਈ ਹੈ, ਇਸ ਨੂੰ ਗਿਆਨ ਦੇ ਨਾਲ ਬਤੀਤ ਕਰਨਾ, ਇਹ ਜਾਗਤ ਰਹਿਣ ਬਿਹਾਣੀ ਹੈ। ਮੇਰੇ ਪ੍ਰੀਤਮ ਜੀ ਕਹਿੰਦੇ, ਤ੍ਰੈ ਗੁਣ ਪੜ੍ਹੈ ਹਰ ਤਤ ਨ ਜਾਣੈ। ਤ੍ਰੈ ਗੁਣ ਪੜ੍ਹੈ ਹਰ ਤਤ ਨ ਜਾਣੈ, ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੈ। ਮੁੰਡੋ ਭੁੱਲੀ ਨਾਨਕਾ। ਮੁੰਡੋ ਜੋ ਸਿਰਾ ਹੀ ਹੱਥੋਂ ਨਿਕਲ ਜਾਵੇ,
ਗੰਦੇ ਡੁੰਮ ਪਿਆਸ। ਗੰਦਾ ਡੁੰਮ ਕੀ ਹੁੰਦਾ? ਜਿਵੇਂ ਕਿਸੇ ਛੱਪੜ 'ਚ ਖੜਾ ਪਾਣੀ ਗਲ ਜਾਂਦਾ, ਉਹਨੂੰ ਡੁੰਮ ਕਹਿੰਦੇ ਆ, ਟੋਹੇ ਨੂੰ, ਖੱਡੇ ਨੂੰ। ਕਹਿੰਦੇ ਇਹ ਜੀਵ ਆਤਮਾ ਮੁੱਢ ਨੂੰ ਛੱਡ ਕੇ, ਮਾਲਕ ਨੂੰ ਛੱਡ ਕੇ ਟੇਢੀਆਂ ਜੂਨਾਂ ਦੇ ਚੱਕੜ ਵਿੱਚ ਭਟਕਦੀ ਫਿਰਦੀ ਆ। ਕਹੋ ਸਤਿਨਾਮ ਸ੍ਰੀ। ਮੂਲੋਂ ਭੁੱਲੀ ਨਾਨਕਾ ਗੰਦੇ ਡੁੰਮ ਪਿਆਸ। ਮੇਰੇ ਪ੍ਰੀਤਮ ਜੀ ਆਖਰੀ ਪੰਕਤੀਆਂ ਵਿੱਚ ਬਖਸ਼ਿਸ਼ ਕਰਦੇ ਹਨ, ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੈ, ਮੋਹ ਵਿਆਪੇ ਕਿਛ ਸੂਝੈ ਨਾਹੀ। ਮੋਹ ਮਮਤਾ ਵਿੱਚ, ਵਿਸ਼ੇ ਵਿਕਾਰਾਂ ਵਿੱਚ ਫਸੇ ਹੋਇਆਂ ਨੂੰ ਕੁਛ ਸਮਝ ਨਹੀਂ ਆਉਂਦੀ। ਗੁਰ ਸ਼ਬਦੀ ਹਰ ਪਾਵਨਿਆ, ਇਹ ਸਮਝ ਲੈਣੀ ਹੈ ਤੇ ਗੁਰੂ ਦੇ ਸ਼ਬਦ ਨਾਲ ਜੁੜ ਜਾਓ। ਕਹੋ ਸਤਿਨਾਮ। ਹਰਿਦੁਆਰ ਦੇ ਵਿੱਚ ਜਾ ਕੇ ਸਤਿਗੁਰੂ ਅਮਰਦਾਸ ਜੀ ਪ੍ਰਚਾਰ ਦੌਰੇ 'ਤੇ ਗਏ ਆ। ਜਦੋਂ ਗੁਰੂ ਬਣ ਗਏ, ਪਹਿਲਾਂ ਗੁਰੂ ਵਾਲੇ ਬਣੇ, ਫਿਰ ਗੁਰੂ ਬਣੇ, ਫਿਰ ਗਏ ਪ੍ਰਚਾਰ ਕਰਨ। ਫਿਰ ਉੱਥੋਂ ਦੇ ਵਿਦਵਾਨਾਂ ਦੇ ਨਾਲ ਇਹ ਗੱਲਬਾਤ ਹੋਈ ਆ ਤੀਜੇ ਪਾਤਸ਼ਾਹ ਜੀ ਦੀ। ਪ੍ਰੀਤਮ ਜੀ ਕਹਿੰਦੇ, ਮੋਹ ਵਿਆਪੇ ਕੇ ਸੂਝੈ ਨਾਹੀ, ਗੁਰ ਸ਼ਬਦੀ ਹਰ ਪਾਵਨਿਆ। ਵੇਦ ਪੁਕਾਰਿਆ ਤ੍ਰੈ ਵਿਦ ਮਾਇਆ। ਪਾਤਸ਼ਾਹ ਕਹਿੰਦੇ ਤੁਹਾਡੇ ਵੇਦ ਮੈਂ ਸੁਣੇ ਆ, 65 ਸਾਲ ਤੱਕ ਤੁਹਾਡੇ ਵੇਦ ਹੀ ਸੁਣਦਾ ਰਿਹਾ। ਕਹੋ ਸਤਿਨਾਮ ਸੀ। 60-65 ਸਾਲ ਜਾਂਦੇ ਰਹੇ ਨਾ ਹਰਿਦੁਆਰ ਪਾਤਸ਼ਾਹ। ਕਹਿੰਦੇ 60-65 ਸਾਲ ਤੁਹਾਡੇ ਵੇਦਾਂ ਦੀ ਬਾਣੀ ਸੁਣੀ ਆ, ਇਹ ਤਿੰਨਾਂ ਗੁਣਾਂ ਤੋਂ ਗਾਹਾਂ ਗੱਲ ਹੀ ਨਹੀਂ ਕਰਦੇ। ਕਹੋ ਸਤਿਨਾਮ ਸ੍ਰੀ। ਤੇ ਜਿਹੜਾ ਵੀ ਤਿੰਨਾਂ ਗੁਣਾਂ ਨੂੰ ਪੜੂ, ਤਿੰਨਾਂ ਗੁਣਾਂ 'ਚ ਹੀ ਰਹੂ, ਉਹਨੂੰ ਚੌਥੇ ਦੀ ਕਿੱਥੋਂ ਸਮਝ ਆ ਜੂਗੀ। ਪਾਤਸ਼ਾਹ ਜੀ ਕਹਿੰਦੇ ਵੇਦ ਪੁਕਾਰਿਆ ਤ੍ਰੈ ਵਿਦ ਮਾਇਆ। ਤੁਹਾਡੇ ਵੇਦ ਮੋਹ ਮਾਇਆ ਮਮਤਾ ਤੋਂ ਬਾਹਰ ਕੱਢਣ ਦੀ ਗੱਲ ਨਹੀਂ ਕਰਦੇ, ਇਹ ਫਸਾਉਂਦੇ ਹੀ ਹੈ। ਸਾਂਕਲ ਜੇਵਰੀ ਲਹਿ ਆਈ। ਆ ਤੁਹਾਡੀ ਜਿਹੜੀ ਸਿਮਰਤ ਹੈ, ਸ਼ਾਸਤਰ ਹੈ ਨਾ, ਇਹ ਜੀਵਾਂ ਦੇ ਵਾਸਤੇ ਸੰਗਲ ਬਣੇ ਹੋਏ ਆ। ਤੁਸੀਂ ਫਸਾਤਾ ਲੋਕਾਂ ਨੂੰ, ਸ਼ਰਾਧਾਂ ਨਰਾਤਿਆਂ ਵਿੱਚ, ਬੰਧਨਾਂ ਵਿੱਚ ਪਾਤਾ। ਬੁੜਾ ਮਰ ਗਿਆ ਅਸੀਂ ਮੁਕਤੀ ਕਰਾਂਗੇ, ਬੱਚਾ ਜੰਪਿਆ ਸਾਡੇ ਦੱਸੇ ਬਿਨਾਂ ਨਾਂ ਨਾ ਧਰਿਓ। ਇਹ ਸਾਨੂੰ ਫਸਾਇਆ ਹੋਇਆ। ਗੁਰੂ ਸਾਹਿਬ ਨੇ ਕੱਢਣ ਦੀ ਕੋਸ਼ਿਸ਼ ਕੀਤੀ ਆ। ਕਹੋ ਸਤਿਨਾਮ ਸ੍ਰੀ। ਕਬੀਰ ਸਾਹਿਬ ਜੀ ਦਾ ਬਚਨ ਹੈ ਇਹ, ਸਾਂਕਲ ਜੇਵਰੀ ਲੈ ਹੈ ਹਾਈ। ਤੁਹਾਡੀ ਸਿਮਰਤੀ ਸ਼ਾਸਤਰੀ ਇਹ ਲੋਕਾਂ ਨੂੰ ਬੰਧਨ ਪਾਉਣ ਦੇ ਉਹਦੇ ਵਿੱਚ ਬਚਨ ਲਿਖੇ ਆ। ਤਿੰਨਾਂ ਗੁਣਾਂ ਦੀ ਗੱਲ ਕੀਤੀ ਆ, ਚੌਥੇ ਗੁਣ ਦੀ ਗੱਲ ਹੀ ਨਹੀਂ ਕੀਤੀ ਤੁਹਾਡੇ ਵੇਦਾਂ ਵਿੱਚ। ਪੰਡਤਾਂ ਨੇ ਆ ਕੇ ਥੋੜ੍ਹਾ ਜਿਹਾ ਸਤਿਗੁਰਾਂ ਤੇ ਗੁਰੂ ਪਿਆਰਿਓ ਵਿਖਾਇਆ ਸੀ ਆਪਦਾ ਦਾਜਾ ਵੀ ਅਸੀਂ ਵੇਦ ਪੜ੍ਹਦੇ ਹਾਂ, ਅਸੀਂ ਵੱਡੇ ਬਖਤੇ ਆ, ਵੇਦਾਂ ਦੇ ਗਿਆਨੀ ਆ, ਤੇ ਤੁਸੀਂ ਇਕੱਲਾ ਕਹਿੰਦੇ ਹੋ ਜੀ ਨਾਮ ਜਪੋ, ਨਾਮ ਜਪੋ, ਇਹਦੇ ਨਾਲ ਕਿਵੇਂ ਮੁਕਤੀ ਹੋਊ। ਪਾਤਸ਼ਾਹ ਕਹਿੰਦੇ ਬਹਿ ਜਾਓ, ਫਿਰ ਸਮਾਰ ਕੇ ਦੱਸਦੇ ਆ। ਹੁਣ ਕਹੋ ਸਤਿਨਾਮ ਸ੍ਰੀ। ਪ੍ਰੀਤਮ ਜੀ ਕਹਿੰਦੇ ਤ੍ਰੈ ਗੁਣ ਪੜ੍ਹੈ ਹਰ ਤਤ ਨ ਜਾਣੈ, ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੈ। ਮੋਹ ਵਿਆਪੈ ਕੈ ਸੂਝੈ ਨਾਹੀ, ਗੁਰ ਸ਼ਬਦੀ ਹਰ ਪਾਵਨਿਆ। ਵੇਦ ਪੁਕਾਰੈ ਤ੍ਰੈ ਵਿਦ ਮਾਇਆ, ਮਨ ਮੁਖ ਨਾ ਬੂਝੈ ਦੂਜੈ ਭਾਇਆ। ਜਿੰਨਾ ਚਿਰ ਗੁਰੂ ਨੂੰ ਪੁੱਛਦਾ ਨਹੀਂ, ਉਨ ਚਿਰ ਮਨਮੁਖ ਹੈ, ਉਨ ਚਿਰ ਗੁਰਮੁਖ ਨਹੀਂ ਬਣਦਾ। ਔਰ ਜਿੰਨਾ ਚਿਰ ਮਨਮੁਖ ਆ, ਉਨ ਚਿਰ ਸਾਨੂੰ ਸਮਝ ਨਹੀਂ ਆਉਣੀ। ਕਿਉਂਕਿ ਜਗ ਜੀਵਨ ਪੁਰਖ ਤਿਆਗ ਕੈ ਮਾਨ ਸੰਧੀ ਆਸ। ਤੁਹਾਡੀ ਬੰਦਿਆਂ ਦੇ ਉੱਤੇ ਨਿਗਾਹ ਹੈ। ਕਬੀਰ ਸਾਹਿਬ ਕਹਿੰਦੇ ਇਹਨਾਂ ਪੰਡਤਾਂ ਨੂੰ, ਤੁਮ ਤੋਂ ਜਾਚੇ ਭੂਪਤ ਰਾਜੇ। ਤੁਹਾਡਾ ਧਿਆਨ ਤਾਂ ਰਾਜੀਆਂ ਮੀਰਾਂ ਵੱਲ ਹੈ। ਓਏ ਆ ਬੰਦਾ ਬਾਵਾ ਤਕੜਾ ਜਿਹਾ, ਬਾਹਰੋਂ ਆਇਆ, ਲੱਗਦਾ ਕੁਛ ਦੇ ਕੇ ਜਾਊਗਾ। ਕਹੋ ਸਤਿਨਾਮ। ਤੁਮ ਤੋਂ ਜਾਚੇ ਭੂਪਤ ਰਾਜੇ, ਹਰਸਿਓ ਮੋਰ ਧਿਆਨਾ। ਸਾਡਾ ਧਿਆਨ ਹਰੀ 'ਤੇ ਆ, ਤੁਸੀਂ ਸੰਸਾਰ ਤੋਂ ਮੰਗਦੇ ਹੋ। ਇਸ ਕਰਕੇ ਪ੍ਰੀਤਮ ਜੀ ਕਹਿੰਦੇ ਮਨ ਮੁਖ ਨਾ ਬੂਝੈ ਦੂਜੈ ਭਾਇਆ। ਤ੍ਰੈ ਗੁਣ ਪੜ੍ਹੈ ਹਰ ਏਕ ਨ ਜਾਣੈ, ਬਿਨ ਬੂਝੇ ਦੁੱਖ ਪਾਵਣਿਆ। ਜਿਹੜੇ ਤਿੰਨਾਂ ਗੁਣਾਂ ਨੂੰ ਪੜ੍ਹਦੇ ਆ ਉਹ ਤਿੰਨਾਂ ਗੁਣਾਂ 'ਚ ਹੀ ਰਹਿਣਗੇ, ਦੁਖੀ ਰਹਿਣਗੇ। ਜਿੰਨਾ ਚਿਰ ਗੁਰੂ ਨੂੰ ਪੁੱਛਦੇ ਨਹੀਂ, ਫਿਰ ਕੀ ਕਰੀਏ? ਕਹਿੰਦੇ ਮੈਂ ਕੀ ਕਰ ਸਕਦਾ, ਇਹ ਤਾਂ ਉਹ ਹੀ ਕਰੂਗਾ ਪਰਮੇਸ਼ਰ। ਜਾਂ ਤਿਸ ਭਾਵੈ ਤਾਂ ਆਪ ਮਿਲਾਏ। ਜਦੋਂ ਬੰਦੇ 'ਤੇ ਕਿਰਪਾ ਕਰਦਾ ਉਹਨੂੰ ਗੁਰੂ ਕੋਲੇ ਲੈ ਆਉਂਦਾ, ਜਿਵੇਂ ਤੁਸੀਂ ਆਉਣੇ ਹੋ। ਕਹੋ ਇਹ ਕਿਰਪਾ ਹੈ ਆਪਣੇ ਸਾਰਿਆਂ ਉੱਤੇ। ਗੁਰੂ ਸਾਹਿਬ ਕਹਿੰਦੇ ਜਦੋਂ ਉਹਦੀ ਕਿਰਪਾ ਹੁੰਦੀ ਆ, ਫਿਰ ਉਹ ਗੁਰੂ ਕੋਲੇ ਲੈ ਕੇ ਜਾਂਦਾ ਮਨੁੱਖ ਨੂੰ। ਜਾਂ ਤਿਸ ਭਾਵੈ ਤਾਂ ਆਪ ਮਿਲਾਏ, ਗੁਰ ਸ਼ਬਦੀ ਸਹਿਸਾ ਦੁੱਖ ਚੁਕਾਏ। ਫਿਰ ਗੁਰੂ ਕੋਲੇ ਜਾਂਦਾ ਮਨੁੱਖ, ਤੇ ਗੁਰੂ ਸ਼ਬਦ ਦਿੰਦਾ, ਤੇ ਗੁਰੂ ਆਪਣੇ ਗਿਆਨ ਦੇ ਨਾਲ ਬੰਦੇ ਦੇ ਸਹਿਸੇ ਭਰਮ ਸ਼ੰਕੇ ਨਿਵਰਤ ਕਰਦਾ ਹੈ। ਕਹੋ ਸਤਿਨਾਮ ਸ੍ਰੀ। ਬਹੁਤ ਸਾਰੇ ਐਸੇ ਗੁਰੂ ਪਿਆਰਿਓ ਇਤਿਹਾਸ ਦੇ ਵਿੱਚ ਬਚਨ ਹਨ। ਜਿਵੇਂ ਇੱਕ ਰਾਜਾ ਆਇਆ, ਮੱਥਾ ਟੇਕਿਆ ਪੰਜਵੇਂ ਪਾਤਸ਼ਾਹ ਨੂੰ। ਸਿੱਖ ਨੇ ਬਾਣੀ ਪੜ੍ਹੀ ਕਿ ਲੇਖ ਨਾ ਮਿੱਟੀ ਹੈ ਸਖੀ ਜੋ ਲਿਖਿਆ ਕਰਤਾਰ। ਸ਼ੰਕਾ ਪੈ ਗਿਆ ਵੀ ਫਿਰ ਇੱਥੇ ਆਉਣ ਦਾ ਫਾਇਦਾ ਕੀ, ਜਦੋਂ ਇੱਥੇ ਆ ਕੇ ਵੀ ਲੇਖੇ ਨਹੀਂ ਮਿਟਦੇਗੇ।
ਹਿਸਾਬ ਕਿਤਾਬ ਹੀ ਨਹੀਂ ਬਦਲਦਾ। ਫਿਰ ਪਾਤਸ਼ਾਹ ਵੀ ਜਾਨੀ ਜਾਨ ਸੀ, ਬੁੱਝ ਲਈ ਉਹਦੀ ਰਮਜ ਅੰਤਰਜਾਮਤਾ ਨਾਲ। ਫਿਰ ਦੂਜੇ ਦਿਨ ਹੀ ਉਹਦਾ ਭਰਮ ਕੱਢਿਆ ਵੀ ਐਂ ਮੁਕਾਉਂਦਾ ਗੁਰੂ, ਹੋਰ ਕਿਤੇ ਜਾ ਕੇ ਨਹੀਂ ਮੁੱਕਣੇ ਗੁਰੂ ਤੋਂ ਬਗੈਰ। ਕਹੋ ਸਤਨਾਮ, ਇੱਥੇ ਮੁਕਾਉਣਗੇ ਸਤਿਗੁਰੂ। ਇਸ ਕਰਕੇ ਆਖਰੀ ਪੰਕਤੀ ਵਿੱਚ ਬਾਬਾ ਜੀ ਕਹਿੰਦੇ, ਜਾਂ ਤਿਸ ਭਾਵੈ ਤਾਂ ਆਪ ਮਿਲਾਏ, ਗੁਰ ਸ਼ਬਦੀ ਸਹਿਸਾ ਦੁਖ ਚੁਕਾਏ, ਨਾਨਕ ਨਾਵੈ ਕੀ ਸੱਚੀ ਵਡਿਆਈ। ਇਸ ਕਰਕੇ ਪੜ੍ਹਤੋ ਨਾਮ ਦੀ ਬਹੁਤ ਵਡਿਆਈ ਆ। ਅਸੀਂ ਐਵੇਂ ਨਾਮ ਨਹੀਂ ਜਪਾਉਂਦੇ ਦੁਨੀਆ ਨੂੰ। ਕਹੋ ਸਤਨਾਮ ਸੀ। ਅਸੀਂ ਐਵੇਂ ਨਹੀਂ ਕਹਿੰਦੇ ਵਾਹਿਗੁਰੂ ਮੰਤਰ ਦਾ ਜਾਪ ਕਰੋ, ਗੁਰਮੰਤਰ ਦਾ ਜਾਪ ਕਰੋ, ਇਹ ਜੀ ਬੜੀ ਤਾਕਤ ਹੈ। ਹੁਣ ਤੁਸੀਂ ਇੱਥੇ ਬੈਠੇ ਹੋ ਬਠਿੰਡੇ 'ਚ, ਦਿੱਲੀ ਜਾਣਾ ਹੈ, ਕਿ ਤੁਸੀਂ ਦਿੱਲੀ ਸ਼ਬਦ ਨੂੰ ਯਾਦ ਰੱਖੋਗੇ ਜਾਂ ਦਿੱਲੀ ਦਾ ਬਹੁਤ ਸਾਰਾ ਵਿਸਥਾਰ ਵੇਖਦੇ ਫਿਰੋਗੇ? ਪਹਿਲਾਂ ਤਾਂ ਇਕੱਲਾ ਦਿੱਲੀ ਸ਼ਬਦ ਹੀ ਯਾਦ ਰੱਖਣਾ ਵਾਧੂ ਹੈ। ਜਾਂ ਦਿੱਲੀ ਵਿੱਚ ਪਹੁੰਚ ਗਏ ਫਿਰ ਸਾਰੀ ਦਿੱਲੀ ਵੇਖ ਲਿਓ ਭਾਵੇਂ। ਕਹੋ ਸਤਨਾਮ। ਇਸ ਕਰਕੇ ਪਹਿਲਾਂ ਵਾਹਿਗੁਰੂ ਮੰਤਰ ਦਾ ਜਾਪ ਕਰਨਾ ਜ਼ਰੂਰੀ ਹੈ। ਜਦ ਤੁਸੀਂ ਵਾਹਿਗੁਰੂ ਮੰਤਰ ਵਿੱਚ ਵਸ ਗਏ ਹੋ, ਤੁਹਾਡੇ ਵਿੱਚ ਵਸ ਗਿਆ, ਫਿਰ ਇਹ ਵਾਹਿਗੁਰੂ ਮੰਤਰ ਤੁਹਾਨੂੰ ਵਿਰਾਟ ਸੰਸਾਰ ਦੇ ਦਰਸ਼ਨ ਵੀ ਕਰਵਾ ਸਕਦਾ ਹੈ। ਕਹੋ ਸਤਨਾਮ ਸ੍ਰੀ। ਇਸ ਕਰਕੇ ਪਾਤਸ਼ਾਹ ਇੱਕ ਨਾਲ ਜੋੜਦੇ ਆ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ ਸਾਰੀ ਬਾਣੀ ਨਾਮ ਦੀ ਹੀ ਵਿਚਾਰ ਕਰਦੀ ਹੈ। ਆਖਰੀ ਪੰਕਤੀ ਵਿੱਚ ਬਾਬਾ ਜੀ ਕਹਿੰਦੇ, ਨਾਨਕ ਨਾਵੈ ਕੀ ਸੱਚੀ ਵਡਿਆਈ, ਨਾਮੋ ਮਨ ਸੁਖ ਪਾਵਨੇ। ਆਓ ਨਾਮ ਨਾਲ ਜੁੜੀਏ। ਨਾਮ ਦੇ ਵਿੱਚ ਹੀ ਸਾਰੀਆਂ ਵਡਿਆਈਆਂ ਹਨ। ਜਿਹੜੇ ਨਾਮ ਨੂੰ ਮੰਨ ਲੈਣਗੇ, ਨਾਮ ਨਾਲ ਜੁੜ ਲੈਣਗੇ, ਨਾਮ ਜਪ ਲੈਣਗੇ, ਉਹਨਾਂ ਨੂੰ ਮਨ ਕਰਕੇ ਵੀ ਸੁੱਖ ਮਿਲੇਗਾ, ਸੰਸਾਰ ਕਰਕੇ ਵੀ ਸੁੱਖ ਮਿਲੇਗਾ। ਇਸੀ ਪਵਿੱਤਰ ਸ਼ਬਦ ਦੀ ਵਿਚਾਰ। ਅਗਲਾ ਸ਼ਬਦ ਇਸੇ ਵਿਸ਼ੇ 'ਤੇ ਹੋਰ ਵਿਚਾਰਾਂ ਚੱਲੀਆਂ। ਮਾਝ ਮਹੱਲਾ ਤੀਜਾ, ਨਿਰਗੁਣ ਸਰਗੁਣ ਆਪੇ ਸੋਈ। ਹੁਣ ਉਹਨਾਂ ਨੇ ਪੁੱਛਿਆ ਵੀ ਰੱਬ ਕਿਹੋ ਜਿਹਾ? ਇਹ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ। ਕਹਿੰਦੇ ਨਾਲੇ ਕਹਿੰਦੇ ਉਹਦਾ ਰੂਪ ਹੈ ਨਹੀਂ ਗਾ, ਕਹਿੰਦੇ ਇਹਦੇ ਵਿੱਚ ਵਸਿਆ ਹੋਇਆ ਉਹ ਵੀ ਉਹਦਾ ਰੂਪ ਹੈ। ਫਿਰ ਪਾਤਸ਼ਾਹ ਇਸ ਵਿਸ਼ੇ 'ਤੇ ਵਿਚਾਰਾਂ ਦਿੰਦੇ ਨੇ, ਨਿਰਗੁਣ ਸਰਗੁਣ ਆਪੇ ਸੋਈ, ਤਤ ਪਛਾਣੇ ਸੋ ਪੰਡਿਤ ਹੋਈ। ਪੰਡਤੋ ਮੈਂ ਤੁਹਾਨੂੰ ਦੱਸਦਾ ਤੁਸੀਂ ਪੰਡਿਤ ਕਿਵੇਂ ਬਣ ਸਕਦੇ ਹੋ। ਪੰਡਿਤ ਕੋਈ ਜਾਤ ਨਹੀਂ, ਪੰਡਿਤ ਵਿਦਵਾਨ ਦਾ ਨਾਮ ਹੈ, ਗਿਆਨੀ ਦਾ ਨਾਮ ਹੈ। ਕਹੋ ਸਤਨਾਮ ਸ੍ਰੀ। ਮੈਂ ਦੱਸਦਾ ਤੁਸੀਂ ਪੰਡਿਤ ਅਸਲੀ ਕਿਵੇਂ ਬਣ ਸਕਦੇ ਹੋ। ਤਤ ਪਛਾਣੇ ਸੋ ਪੰਡਿਤ ਹੋਈ, ਆਪ ਤਰੈ ਸਗਲੇ ਕੁਲ ਤਾਰੈ, ਹਰ ਨਾਮ ਮਨ ਵਸਾਵਣਿਆ। ਇਹ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਵਿਚਾਰਾਂ ਸਮਾਪਤੀ 'ਤੇ ਆ, ਇੱਥੇ ਰੋਕਣ ਦੀ ਆਗਿਆ ਬਖਸ਼ੋ। ਸਮੇਂ ਦੀ ਸਮਾਪਤੀ ਹੈ। ਵਿਚਾਰਾਂ ਤਾਂ ਬੇਅੰਤ ਹਨ। ਇਹ ਤਾਂ ਆਪਣੇ ਤੋਂ ਪਹਿਲਾਂ ਬਹੁਤ ਸਾਰੇ ਕਰਦੇ ਰਹੇ, ਕਰਕੇ ਚਲੇ ਗਏ, ਹੋਰ ਆਉਣਗੇ। ਕਹਿੰਦੇ ਕਹੇ ਕਹੇ ਕਹਿ ਜਾਵੇ, ਤੁਮ ਸਰ ਅਵਰ ਨਾ ਕੋਈ। ਪਰ ਇਹ ਸੰਪੂਰਨ ਹੋਣ ਵਾਲੀਆਂ ਨਹੀਂ, ਮੁੱਕਣ ਵਾਲੀਆਂ ਨਹੀਂ। ਮਤਲਬ ਇਹ ਤਾਂ ਚਲਦੀਆਂ ਰਹਿਣੀਆਂ, ਪਰ ਸਮਾਂ ਜਿਹੜਾ ਇਹਦੇ ਵਿੱਚ ਰਹਿੰਦੇ ਹੋਏ ਆਪਾਂ ਸਮਾਪਤੀ ਕਰਦੇ ਹਾਂ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਿਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।